सत श्री अकाल, नमस्कार, आदाब। मैं हाँ बलबीर जंडू, तुहाडा सब दा सज्जन मीडिया चैनल उत्ते स्वागत है। अकाल तख्त दे जथेदार ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਸਮਾਗਮ ਵਿੱਚ ਬੋਲਦੇ ਸਮੇਂ ਇਹ ਗੱਲ ਕਹੀ ਹੈ ਕਿ ਸਿੱਖ ਕੌਮ ਜਿਹੜੀ ਹੈ ਉਹ ਉਹਦੇ ਵਿੱਚ ਗਿਰਾਵਟ ਆਈ ਹੈ। ਦੂਸਰਾ ਉਹਨਾਂ ਨੇ ਸਵਾਲ ਕੀਤਾ ਹੈ ਸ਼੍ਰੋਮਣੀ ਕਮੇਟੀ ਨੂੰ ਕਿ ਜਿਹੜੇ ਤਖਤਾਂ ਦੇ ਜਥੇਦਾਰ ਹੈ ਉਹਨਾਂ ਦੀ ਨਿਯੁਕਤੀ, ਸੇਵਾ ਮੁਕਤੀ ਤੇ ਸੇਵਾ ਕਾਲ ਦੀ ਮਿਆਦ ਦੇ ਸੰਬੰਧ ਵਿੱਚ ਨਿਯਮ ਬਣਾਏ ਜਾਣ। ਤੇ ਨਾਲ ਹੀ ਉਹਨਾਂ ਇਹ ਵੀ ਗੱਲ ਕਹੀ ਹੈ ਕਿ ਇਹ ਗੱਲ ਅੱਗੇ ਵੀ ਕਹੀ ਗਈ ਹੈ ਪਰ ਇਸ ਤੇ ਕੋਈ ਅਮਲ ਨਹੀਂ ਹੋਇਆ। ਤੀਸਰਾ ਉਹਨਾਂ ਨੇ ਸਵਾਲ ਕੀਤਾ ਹੈ ਕਿ ਜਿਹੜੀਆਂ ਸਿੱਖ ਸੰਸਥਾਵਾਂ ਉਹ ਇੱਕ ਦੂਸਰੇ ਨਾਲ ਕਬਜ਼ੇ ਲਈ ਲੜ ਰਹੀਆਂ ਔਰ ਕਬਜ਼ੇ ਦੀ ਲੜਾਈ ਇਸ ਕਰਕੇ ਹੈ ਕਿ ਉਹ ਗੋਲਕ ਤੇ ਕਬਜ਼ੇ ਦੀ ਤੇ ਚੌਧਰ ਦੀ ਲੜਾਈ ਹੈ। ਚੌਥੀ ਗੱਲ ਉਹਨਾਂ ਨੇ ਕਹੀ ਹੈ ਕਿ ਜਿਹੜੀਆਂ ਕਮੇਟੀਆਂ ਉਹਨਾਂ ਵੱਲੋਂ ਜਿਹੜੀਆਂ ਸ਼ਿਕਾਇਤਾਂ ਆ ਰਹੀਆਂ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਮੇਟੀਆਂ ਵਿਚਾਲੇ ਜਿਹੜੇ ਝਗੜੇ ਆ ਉਹਨਾਂ ਦੀਆਂ ਬਹੁਤੀਆਂ ਸ਼ਿਕਾਇਤਾਂ ਜਿਹੜੀਆਂ ਉਹ ਵਿਦੇਸ਼ਾਂ ਦੇ ਜਿਹੜੇ ਗੁਰਦੁਆਰੇ ਆ ਉਹਨਾਂ ਤੋਂ ਪ੍ਰਾਪਤ ਹੋ ਰਹੀਆਂ। ਇਹ ਜਿਹੜੇ 4 ਸਵਾਲ ਉਹਨਾਂ ਨੇ ਉਠਾਏ ਆ, ਇਸ ਤੋਂ ਪਹਿਲਾਂ ਵੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਜਿਸ ਤਰ੍ਹਾਂ ਦੇ ਮਾਮਲਿਆਂ ਨੂੰ ਉਠਾਇਆ ਗਿਆ ਉਹ ਬੜੇ ਸਿੱਖ ਭਾਈਚਾਰੇ ਦੇ ਵਿੱਚ ਚਰਚਾ ਦੇ ਰਹੇ ਤੇ ਵੱਖ-ਵੱਖ ਸਿੱਖ ਸੰਗਠਨਾਂ ਨੇ ਉਹਨਾਂ ਤੇ ਆਪੋ ਆਪਣੇ ਪ੍ਰਤੀਕਰਮ ਵੀ ਦਿੱਤੇ, ਚਾਹੇ ਉਹ ਨੌਜਵਾਨਾਂ ਨੂੰ ਹਥਿਆਰਾਂ ਲੈਣ ਦਾ ਮਾਮਲਾ ਹੋਵੇ ਜਾਂ ਹਥਿਆਰਾਂ ਦੀ ਸਿਖਲਾਈ ਦੇਣ ਦਾ ਮਾਮਲਾ ਹੋਵੇ, ਚਾਹੇ ਧਰਮ ਪਰਿਵਰਤਨ ਦਾ ਮਾਮਲਾ ਹੋਵੇ। ਤਾਂ ਅੱਜ ਅਸੀਂ ਇਸ ਤੇ ਚਰਚਾ ਕਰਾਂਗੇ ਕਿ ਜਿਹੜੀ ਗੱਲ ਅਕਾਲ ਤਖਤ ਦੇ ਜਥੇਦਾਰ ਨੇ ਅਕਾਲੀ ਫੂਲਾ ਸਿੰਘ ਦੇ ਸ਼ਹੀਦੀ ਸਮਾਗਮ ਵਿੱਚ ਬੋਲਦਿਆਂ ਕਹੀ ਹੈ ਉਸ ਨੂੰ ਆਪਣੀ ਚਰਚਾ 'ਚ ਲਵਾਂਗੇ। ਇਸ ਚਰਚਾ ਦੇ ਲਈ ਸਾਡੇ ਨਾਲ ਜੁੜੇ ਨੇ ਉੱਘੇ ਸਿੱਖ ਵਿਦਵਾਨ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਜੀ, ਜਿਨ੍ਹਾਂ ਨੇ ਖਾਸ ਕਰਕੇ ਜਿਹੜੀਆਂ ਸਿੱਖ ਰਾਜਨੀਤੀ ਤੇ ਸਿੱਖ ਭਾਈਚਾਰੇ ਦੇ ਅੰਦਰ ਤੇ ਸਿੱਖ ਧਾਰਮਿਕ ਸੰਸਥਾਵਾਂ ਦੇ ਵਿੱਚ ਜੋ ਕੁਝ ਵੀ ਵਾਪਰਿਆ ਹੁਣ ਤੱਕ ਜਿਹੜੇ ਉਤਰਾਅ ਚੜ੍ਹਾਏ ਆ ਉਹਨਾਂ ਦਾ ਬੜੀ ਗੰਭੀਰਤਾ ਨਾਲ ਅਧਿਐਨ ਕੀਤਾ। ਉਹਨਾਂ ਦੀ ਸਾਰੀਆਂ ਇਹਨਾਂ ਘਟਨਾਵਾਂ ਬਾਰੇ, ਸਾਰੇ ਇਹਨਾਂ ਉਤਰਾਵਾਂ ਚੜ੍ਹਾਵਾਂ ਬਾਰੇ ਇੱਕ ਆਪਣੀ ਰਾਏ ਹੈ। ਅਸੀਂ ਉਹਨਾਂ ਤੋਂ ਇਹ ਜਾਣਨਾ ਚਾਹਾਂਗੇ ਕਿ ਜੋ ਕੁਝ ਅਕਾਲ ਤਖਤ ਦੇ ਜਥੇਦਾਰ ਨੇ ਪਰਸੋਂ ਕਿਹਾ ਹੈਗਾ ਉਸ ਦੇ ਕੀ ਅਰਥ ਨੇ ਤੇ ਉਹ ਦਾ ਕੀ ਪ੍ਰਭਾਵ ਪਏਗਾ ਜਿਹੜੀ ਸਮੁੱਚੀ ਇਸ ਵੇਲੇ ਸਿੱਖ ਭਾਈਚਾਰੇ ਦੇ ਅੰਦਰ ਜਿਸ ਤਰ੍ਹਾਂ ਦੀਆਂ ਚਰਚਾਵਾਂ, ਜਿਸ ਤਰ੍ਹਾਂ ਦੇ ਵਾਦ ਵਿਵਾਦ ਖੜੇ ਹੋਏ ਆ। ਸਿੱਧੂ ਸਾਹਿਬ, ਤੁਹਾਡਾ ਪ੍ਰੋਗਰਾਮ ਸਵਾਗਤ ਹੈ। ਧੰਨਵਾਦ ਜੀ, ਸ਼ੁਕਰੀਆ। ਸਿੱਧੂ ਸਾਹਿਬ, ਜਿਸ ਤਰ੍ਹਾਂ ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਹੈ ਕਿ ਸਿੱਖ ਕੌਮ 'ਚ ਗਿਰਾਵਟ ਆਈ ਹੈ, ਇਸ ਨੂੰ ਤੁਸੀਂ ਕਿੰਨਾ ਅਰਥਾਂ 'ਚ ਲੈਂਦੇ ਹੋ? ਦੇਖੋ, ਬਿਲਕੁਲ ਸਹੀ ਕਿਹਾ, ਗਿਰਾਵਟ ਆਈ ਹੈ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਜੇ ਜਥੇਦਾਰ ਅਕਾਲ ਤਖਤ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਈ ਗੱਲ ਸਹੀ ਕਰਦਾ ਤੇ ਅਸੀਂ ਉਹਦਾ ਸਵਾਗਤ ਕਰਦੇ ਹਾਂ ਤੇ ਸਾਰਿਆਂ ਨੂੰ ਸਵਾਗਤ ਕਰਨਾ ਚਾਹੀਦਾ ਜੇ ਸੱਚ ਬੋਲੇ ਤਾਂ ਕੋਈ। ਉਹ ਇੱਥੇ ਸੱਚ ਬੋਲਿਆ ਵੀ ਗਿਰਾਵਟ ਆਈ ਆ। ਗਿਰਾਵਟ ਦੇ ਵੱਡੇ ਕਾਰਨ ਹੈ ਜਿਹੜਾ ਖੁਦ ਹੀ ਉਹਨੇ ਆਪ ਹੀ ਕਿਹਾ ਵੀ ਇਹਦਾ ਜਿਹੜਾ ਜਥੇਦਾਰਾਂ ਦੀ ਜਿਹੜੀ ਨਿਯੁਕਤੀ ਹੁੰਦੀ ਆ ਉਹਦਾ ਕੋਈ ਵਿਧੀ ਵਿਧਾਨ, ਕੋਈ ਸਮਾਂ ਮਿਆਦ, ਇਹ ਸਾਰਾ ਕੁਝ ਰੱਖਣਾ ਚਾਹੀਦਾ। ਇਹ ਤਾਂ ਬਹੁਤ ਦੇਰ ਦੀ ਜਿਹੜੇ ਸਿੱਖ ਚਿੰਤਕ ਆ ਉਹ ਮੰਗ ਕਰ ਰਹੇ ਆ, ਇਹ ਹੋਣਾ ਚਾਹੀਦਾ। ਇਹਦੇ ਬਗੈਰ ਤਾਂ ਤੁਸੀਂ ਮਨਮਰਜ਼ੀ ਹੋ ਰਹੀ ਹੈ ਸਾਰਾ ਕੁਝ। ਤੇ ਆਹ ਜਿਹੜੀਆਂ ਸਾਰੇ ਵਿਗਾੜ ਆਏ ਆ, ਸਿੱਖ ਪੰਥ 'ਚ ਗਿਰਾਵਟ ਆਈ ਆ, ਉਹਦਾ ਕਾਰਨ ਹੀ ਇਹੀ ਹੈ ਵੀ ਇਹਦੀ ਜਿਹੜੀ ਸੈਂਟਰਲ ਅਥਾਰਟੀ ਹੈ ਉਹ ਮਰਜ਼ੀ ਨਾਲ ਹੀ ਇੱਕ ਕੋਈ ਸਿਆਸੀ ਜਥੇਬੰਦੀ ਹੈ ਅਕਾਲੀ ਦਲ, ਉਹ ਉਹਦਾ ਨਿਯੁਕਤੀ ਕਰ ਦਿੰਦੀ ਹੈ, ਕਿਸੇ ਨੂੰ ਹਟਾ ਦਿੰਦੀ ਹੈ, ਕਿਸੇ ਨੂੰ ਲਾ ਦਿੰਦੀ ਹੈ ਤੇ ਉਹ ਆਪਦੇ ਜਿਹੜੇ ਉਹਨਾਂ ਦੇ ਸਿਆਸੀ ਹਿੱਤ ਹੈ ਉਹਨਾਂ ਨੂੰ ਮੂਹਰੇ ਰੱਖਿਆ ਹੁੰਦਾ, ਉਹਨਾਂ ਦੇ ਕਰਕੇ ਸਾਰਾ ਕੁਝ ਕਰਦੇ। ਆਮ ਤੌਰ ਤੇ ਸਾਹਿਬ ਇਹ ਗੱਲ ਚਰਚਾ 'ਚ ਰਹੀ ਹੈ ਖਾਸ ਕਰਕੇ ਅਕਾਲੀ ਰਾਜਨੀਤੀ ਦੇ ਅੰਦਰ ਕਿ ਜਿਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਉਹ ਜਿਹੜਾ ਬਾਦਲ ਪਰਿਵਾਰ ਵੱਲੋਂ ਲਿਫਾਫਾ ਭੇਜਿਆ ਹੁੰਦਾ ਉਹ ਨਾ ਉਹਦੇ ਵਿੱਚੋਂ ਨਿਕਲਦਾ। ਦੇਖੋ ਜੀ, ਗੱਲ ਇਹ ਹੈ, ਇਹ ਜਦੋਂ ਅਕਾਲੀ ਦਲ ਵੱਲੋਂ ਜਿਹੜਾ ਇਹ ਅਹੁਦਾ ਹੈ ਜਿਹੜਾ ਅਕਾਲ ਤਖਤ ਦੇ ਜਥੇਦਾਰ ਦਾ ਜਾਂ ਅਕਾਲ ਤਖਤ ਦਾ ਹੀ ਆਪਣੇ ਆਪ 'ਚ ਅਹੁਦਾ, ਇਹ ਜਿਹੜੀਆਂ ਬਹੁਤ ਸੋਚ ਸਮਝ ਵਾਲੇ ਇਸ ਅਹੁਦੇ ਤੇ ਬੈਠ ਸਕਦੇ ਆ, ਜਿਨ੍ਹਾਂ ਦਾ ਇੱਕ ਨਾਂ ਹੋਵੇ, ਜਿਨ੍ਹਾਂ ਨੂੰ ਸਾਰਾ ਸਿੱਖ ਪੰਥ ਚੁਣੇ
ਸਾਰਾ ਦਾ ਮਤਲਬ ਕੀ ਵੀ ਸਿੱਖ ਪੰਥ ਦੀ ਇੱਕ ਕੋਈ ਸਾਂਝੀ ਬੋਡੀ ਬਣੇ, ਉਹ ਬੋਡੀ ਇੱਕ ਚੰਗੇ ਚੰਗੇ ਜਿਹੜਾ ਦਾ ਕਰਤਾਰ ਠੀਕ ਹੋਵੇ, ਜਿਨ੍ਹਾਂ ਦੇ ਉੱਤੇ ਤੁਸੀਂ ਉਂਗਲ ਨਾ ਉਠਾ ਸਕੋ, ਉਹ ਬੰਦਿਆਂ ਨੂੰ ਤੇ ਉਹਨਾਂ ਦਾ ਧਾਰਮਿਕ ਲੈਵਲ ਦੀ ਪਕੜ ਵੀ ਬਹੁਤ ਹੋਵੇ, ਸਿੱਖ ਥਿਓਲੋਜੀ ਤੇ ਵੀ ਹੋਵੇ, ਸਿੱਖ ਇਤਿਹਾਸ ਤੇ ਵੀ ਹੋਵੇ, ਫਲਸਫੇ ਤੇ ਵੀ ਹੋਵੇ, ਸਿੱਖ ਦਰਸ਼ਨ ਤੇ ਵੀ ਹੋਵੇ, ਉਹਨਾਂ ਨੂੰ ਤੁਸੀਂ ਸਿੱਖੀ ਦੀ ਵੀ ਸਮਝ ਹੋਵੇ ਤੇ ਸਿੱਖੀ ਰਹਿਤ ਹੋਵੇ। ਤੇ ਸਿੱਖੀ ਜਦੋਂ ਖਾਸ ਕਰਕੇ ਜਿਹੜੀ ਐਸਜੀਪੀਸੀ ਨੇ, ਸ਼੍ਰੋਮਣੀ ਕਮੇਟੀ ਨੇ 13 ਸਾਲਾਂ ਵਿੱਚ 1945 45 ਵਿੱਚ 46 ਚ ਜਾ ਕੇ ਬਣੀ ਸੀਗੀ, ਉਹ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਉਹਦਾ ਉਹ ਧਾਰਨੀ ਹੋਵੇ। ਕੋਈ ਤਾਂ ਮਾਪਦੰਡ ਲਾਇਆ ਜਾਵੇ ਕਿ ਨਾ, ਇਸ ਕਰਕੇ ਇਹ ਪਰ ਤੁਸੀਂ ਹਜੇ ਤੱਕ ਇਹਦੇ ਤੇ ਕੋਈ ਮਾਪਦੰਡ ਹੀ ਨਹੀਂ ਲਾਇਆ ਜਾਂਦਾ। ਸ਼੍ਰੋਮਣੀ ਕਮੇਟੀ ਇਹਦੇ ਤੇ ਕਾਬਜ਼ ਰਹਿੰਦੀ ਹੈ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਕਾਬਜ਼ ਰਹਿੰਦਾ। ਅਕਾਲੀ ਦਲ ਦੇ ਵਿੱਚ ਹੁਣ ਇੱਥੋਂ ਤੱਕ ਗੱਲ ਆ ਗਈ ਵੀ ਪਹਿਲਾਂ 2-4 ਬੰਦਿਆਂ ਦੀ ਗਿਣਤੀ ਹੁੰਦੀ ਸੀ, ਜਿਵੇਂ ਜਦੋਂ ਇਹ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਹੁੰਦੀ ਸੀ ਤਾਂ ਕਈ ਸੰਸਥਾਵਾਂ ਨੂੰ ਪੁੱਛਿਆ ਜਾਂਦਾ ਸੀ, ਜਿਨ੍ਹਾਂ ਵਿੱਚੋਂ ਕੇਂਦਰੀ ਸਿੰਘ ਸਭਾ ਨੂੰ ਵੀ ਪੁੱਛਿਆ ਜਾਂਦਾ ਸੀ, ਬਸ ਇਸ ਨੂੰ ਲਾ ਰਹੇ ਆ, ਥੋੜਾ ਜਿਹਾ ਉਹਨਾਂ ਦੀ ਸਲਾਹ ਲਈ ਜਾਂਦੀ ਸੀ। ਬੇਸ਼ੱਕ ਸਲਾਹ ਉਹਨਾਂ ਦੀ ਕਿੰਨੀ ਮੰਨੀ ਜਾਂਦੀ ਨਾ ਮੰਨੀ ਜਾਂਦੀ, ਇਹ ਫਾਰਮੈਲਿਟੀ ਵੀ ਬੰਦ ਹੋ ਗਈ ਜਦੋਂ ਦਾ ਅਕਾਲੀ ਦਲ ਦਾ ਇੱਕ ਪਰਿਵਾਰ, ਬਾਦਲ ਪਰਿਵਾਰ ਕਾਬਜ਼ ਹੋ ਗਿਆ ਇਹਦੇ ਤੇ। ਹੁਣ ਅਕਾਲੀ ਦਲ ਦੀ ਜਿਹੜੀ ਸ਼੍ਰੋਮਣੀ ਕਮੇਟੀ ਉਹ ਬਾਦਲ ਪਰਿਵਾਰ ਦੀ ਜੇਬ 'ਚ ਹੈ। ਤੁਸੀਂ ਇੱਥੋਂ ਤੱਕ ਦੇਖੋ ਵੀ ਉਸ ਨੂੰ 10 ਸਾਲ ਹੋ ਗਏ, ਸਿੱਖਾਂ ਨੇ, ਮੈਜੋਰਿਟੀ ਸਿੱਖਾਂ ਨੇ ਰਿਜੈਕਟ ਕਰਤਾ, ਵੋਟ ਨਹੀਂ ਪਾਉਂਦੇ, ਹਾਰੇ ਆ, ਬੜੇ ਬੁਰੀ ਤਰੀਕੇ ਨਾਲ ਹਾਰੇ ਆ। ਹੁਣ ਕੋਈ ਉਹਨਾਂ ਦੀ ਸੇ ਨਹੀਂ ਹੈ ਪੰਜਾਬ ਦੇ ਵਿੱਚ। ਦੁਬਾਰਾ ਕਿੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਪਾਰਟੀ ਅਕਾਲੀ ਦਲ ਖੜਾ ਨਹੀਂ ਹੋ ਰਿਹਾ। ਜਿਹੜੇ ਉਹ ਪੁਰਾਣੇ ਲੀਡਰ ਆ 40-40, 50-50 ਸਾਲ ਦੇ, ਉਹ ਹੈ ਤੇ ਉਹਨਾਂ ਦੇ ਪੁੱਤ ਪੋਤਰੇ ਆ। ਤੇ ਇਹ ਸਥਿਤੀ ਵਿੱਚ ਪਰ ਉਹਦੇ ਕੋਲ ਸ਼੍ਰੋਮਣੀ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਇਹਦੇ ਉੱਤੇ ਪੂਰਾ ਕਬਜ਼ਾ ਹੈ, ਅਕਾਲ ਤਖਤ ਤੇ ਵੀ ਕਬਜ਼ਾ ਹੈ। ਇਸ ਕਰਕੇ ਇਹ ਬੜੀ ਹਾਸੋਹੀਣੀ ਗੱਲਬਾਤ ਹੈ। ਇਹ ਕੋਈ ਇਹਦੇ ਜਿਹੜੇ ਸਿੰਬੋਲਿਜ਼ਮ ਹੈ, ਇਹਦੇ ਪ੍ਰਤੀਕ ਸਾਹਮਣੇ ਆ ਵੀ ਲੋਕ ਤਾਂ ਉਹਨੂੰ ਰਿਜੈਕਟ ਕਰੀ ਬੈਠੇ ਅਕਾਲੀ ਦਲ ਨੂੰ। ਤੇ ਇਸ ਕਰਕੇ ਤੁਸੀਂ ਐਸਜੀਪੀਸੀ ਤੇ ਕਬਜ਼ਾ ਕਰੀ ਬੈਠੇ ਹੋ। ਫਿਰ ਤੁਸੀਂ ਉਹ ਅਕਾਲੀ ਦਲ ਆਪਣੇ ਆਪ ਵਿੱਚ ਜਿੰਨੇ ਅਕਾਲੀ ਲੀਡਰ ਹੈ, ਉਹ ਅਕਾਲੀ ਲੀਡਰ ਦਾ ਮਤਲਬ ਕਿ ਸਿੱਖਾਂ ਦੇ ਲੀਡਰ ਰਹਿਣ ਨਾਲੋਂ ਉਹ ਹੁਣ ਮਤਲਬ ਕਿ ਵੀ ਬਿਜ਼ਨਸਮੈਨ ਬਣ ਗਏ ਆ, ਬਿਜ਼ਨਸ ਅਦਾਰੇ ਆ ਸਭ ਦੇ। ਤੇ ਤੁਸੀਂ ਪੀਟੀਸੀ ਦਾ ਬਿਜ਼ਨਸ ਅਦਾਰਾ ਇਹ ਦਰਬਾਰ ਸਾਹਿਬ ਵਿੱਚ ਭੇਜਤਾ, ਉਹਦੇ ਰਾਹੀਂ ਤੁਸੀਂ ਜਿਹੜਾ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹੋ, ਤੇ ਉਹ ਇੰਨਾ ਵੱਡਾ ਤੁਹਾਡੇ ਪ੍ਰੋਫਿਟ ਦਾ ਕਮਰਸ਼ੀਅਲ ਅਦਾਰਾ ਹੈ। ਐਸਜੀਪੀਸੀ ਸ਼੍ਰੋਮਣੀ ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਵੀ ਇਹਨੂੰ ਅਸੀਂ ਹਟਾ ਦਿੰਨੇ ਆ, ਹੁਣ 7 ਦਿਨਾਂ 'ਚ ਨਵਾਂ ਲੈ ਕੇ ਆਵਾਂਗੇ, ਅਪ੍ਰੈਲ ਦੇ ਪਹਿਲੇ ਹਫ਼ਤੇ ਕਿਹਾ ਸੀ, ਕੋਈ ਨਹੀਂ ਦੁਬਾਰਾ ਆਇਆ ਉੱਥੇ ਨਾ ਅਕਾਲ ਤਖਤ ਦੀ ਜਥੇਦਾਰੀ। ਹੁਣ ਤੁਸੀਂ ਇੱਥੋਂ ਤੱਕ ਕੀ ਗਿਰਾਵਟ ਨਾ ਹੋਵੇ ਅਕਾਲ ਤਖਤ ਸਿੱਖ ਪੰਥ ਦੀ ਵੀ ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਅਕਾਲੀ ਦਲ ਦਾ ਲੀਡਰ ਆਪਣੀ ਕੋਠੀ ਬੁਲਾਵੇ, ਉੱਥੇ ਜਾ ਕੇ ਕਹੇ ਵੀ ਆਹ ਹੁਕਮਨਾਮਾ ਜਾਰੀ ਕਰ ਦਿਓ। ਇਹ ਸਾਰਾ ਕੁਝ ਹੋ ਚੁੱਕਿਆ 2015 ਦੇ ਵਿੱਚ। ਤੇ ਸਿੱਧਾ ਆਮ ਅਕਾਲੀ ਹਲਕਿਆਂ ਜਿਹੜੇ ਸਿੱਖ ਭਾਈਚਾਰਾ ਉਹਦੇ ਚ ਇਸ ਗੱਲ ਦੀ ਵੀ ਚਰਚਾ ਰਹਿੰਦੀ ਹੈ ਕਿ ਅਕਾਲ ਤਖਤ ਦੇ ਜਥੇਦਾਰ ਵੱਲੋਂ ਉਸ ਤਰ੍ਹਾਂ ਦੇ ਕਦਮ ਚੁੱਕੇ ਜਾਂਦੇ ਆ ਜਿਹੜੇ ਕਿਸੇ ਨਾ ਕਿਸੇ ਰੂਪ ਚ ਸ਼੍ਰੋਮਣੀ ਅਕਾਲੀ ਦਲ ਨੂੰ ਮਦਦ ਕਰਦੇ ਹੋਣ ਰਾਜਨੀਤੀ ਦੇ ਵਿੱਚ। ਬਿਲਕੁਲ ਉਹੀ ਚੁੱਕੇ ਜਾਂਦੇ ਆ। ਤੁਸੀਂ ਜਿੰਨੇ ਹੁਣ ਇਦੋਂ ਵੀ ਪਰੇ ਦੀ ਗੱਲ ਹੈ, ਇਹ ਤਾਂ ਤੁਸੀਂ ਥੋੜਾ ਜਿਹਾ ਪਿੱਛੇ ਰੱਖਤੀ ਗੱਲ। ਇਸ ਤੋਂ ਅੱਗੇ ਦੀ ਗੱਲ ਹੈ ਵੀ ਆਰਐਸਐਸ ਦੇ, ਬੀਜੇਪੀ ਦੇ ਏਜੰਡੇ ਵਾਲੇ ਜਿਹੜੇ ਫੈਸਲੇ ਆ ਉਹ ਵੀ ਇੱਥੋਂ ਹੁੰਦੇ ਆ। ਇੱਥੇ ਇੱਕੋ ਦਮ ਉਹੀ ਫੈਸਲੇ ਹੋ ਜਾਂਦੇ, ਉਹ ਏਜੰਡਾ ਲਿਆ ਜਾਂਦਾ, ਹਥਿਆਰਬੰਦ ਹੋ ਜਾਓ, ਤਕੜੇ ਹੋ ਜਾਓ, ਵਾਇਲੈਂਸ ਦੀ ਗੱਲ ਸਾਰੀ ਕੁਝ ਅਕਾਲ ਤਖਤ ਦੇ ਜਥੇਦਾਰ ਦੇ ਉੱਤੇ ਉਹ ਫੈਸਲਾ ਕੀਤਾ ਜਾਂਦਾ। ਜਾਂ ਜਿਹਨੂੰ ਬੀਜੇਪੀ ਅੱਜ ਕੱਲ ਟਾਰਗੇਟ ਕਰ ਰਹੀ ਹੈ, ਅਸਾਈਆਂ ਨੂੰ, ਮੁਸਲਮਾਨਾਂ ਨੂੰ, ਉਹਨਾਂ ਦੇ ਵਿਰੁੱਧ ਅਸਾਈਆਂ, ਮੁਸਲਮਾਨਾਂ ਦੇ ਵਿਰੁੱਧ ਤਾਂ ਨਹੀਂ, ਅਸਾਈਆਂ ਦੇ ਵਿਰੁੱਧ ਫਤਵੇ ਆ ਰਹੇ ਆ ਉਸ ਕਿਸਮ ਦੇ ਪਿੱਛੋਂ। ਫਿਰ ਉਹ ਸਾਰੀਆਂ ਬਿਨਾਂ ਸੋਚੇ ਸਮਝੇ ਤੋਂ, ਬਿਨਾਂ ਗੱਲ ਤੇ ਵੀ ਕੌਣ ਹੈ, ਕਿਹੜੇ ਹੇਰਾਫੇਰੀ ਕਰ ਰਹੇ ਆ, ਕਿੰਨੀ ਕਨਵਰਸ਼ਨ ਹੋ ਰਹੀ ਆ, ਕੋਈ ਡਾਟਾ ਨਹੀਂ, ਉਸ ਤੋਂ ਬਗੈਰ ਹੀ ਸਟੇਟਮੈਂਟ ਦਿੱਤੀ ਜਾਂਦੀ ਹੈ ਜਿਵੇਂ ਪੋਲੀਟੀਸ਼ੀਅਨ ਦਿੰਦੇ ਹੁੰਦੇ ਆ। ਇਸ ਕਰਕੇ ਤੁਸੀਂ ਜੇ ਸਾਰੇ ਅਕਾਲ ਤਖਤ ਦੀ ਇਸ ਮਾਨ ਮਰਿਆਦਾ ਨੂੰ ਥੱਲੇ ਲਿਆਂਦਾ ਜਾਊਗਾ ਤਾਂ ਫਿਰ ਸਾਰੇ ਪੰਥ ਦੀ ਗਿਰਾਵਟ ਹੋਊਗੀ। ਹਾਂਜੀ। ਪਰ ਸਿੱਧਾ ਜਿਹੜੀ ਗੱਲ ਅਕਾਲ ਤਖਤ ਦੇ ਜਥੇਦਾਰ ਨੇ ਕਹੀ ਹੈ ਨਿਯੁਕਤੀਆਂ ਬਾਰੇ, ਸੇਵਾ ਕਾਲ ਬਾਰੇ, ਸੇਵਾ ਮੁਕਤੀ ਬਾਰੇ ਕਿ ਨਿਯਮ ਬਣਨੇ ਚਾਹੀਦੇ ਆ, ਔਰ ਇਸ ਬਾਰੇ ਪਹਿਲਾਂ ਵੀ ਕਈ ਵਾਰ ਸ਼੍ਰੋਮਣੀ ਕਮੇਟੀ ਨੂੰ ਕਿਹਾ ਜਾ ਚੁੱਕਾ ਹੈ। ਤੇ ਕੀ ਲੱਗਦਾ ਨਹੀਂ ਕਿ ਉਹਦੇ ਵਿੱਚ ਜਿਹੜੀ ਜਿਸ ਤਰ੍ਹਾਂ ਖੁਦ ਮੁਖਤਾਰ ਹੋਣਾ ਚਾਹੀਦਾ ਅਕਾਲ ਤਖਤ?
ਅਕਾਲ ਤਖਤ ਖੁਦ ਮੁਖਤਿਆਰ ਹੋਣਾ ਚਾਹੀਦਾ ਹੈ, ਉਹ ਪੂਰਾ ਇੰਡੀਪੈਂਡੈਂਟ ਬੋਡੀ ਹੋਣੀ ਚਾਹੀਦੀ ਆ। ਤੁਹਾਡੇ ਡੈਮੋਕ੍ਰੇਸੀਆਂ 'ਚ ਇੰਡੀਪੈਂਡੈਂਟ ਬੋਡੀ ਹੁੰਦੀ ਆ, ਜਿਵੇਂ ਇਲੈਕਸ਼ਨ ਕਮਿਸ਼ਨ ਇੰਡੀਪੈਂਡੈਂਟ ਕੰਸਟੀਟਿਊਸ਼ਨਲ ਬੋਡੀ ਆ, ਉਹ ਸਿੱਧੀ ਸਰਕਾਰ ਦੇ ਥੱਲੇ ਨਹੀਂ ਆਉਂਦੀ। ਤੇ ਇਸ ਕਰਕੇ ਤੁਹਾਡਾ ਇਹ ਜਿਹੜਾ ਅਕਾਲ ਤਖਤ ਦਾ ਜਥੇਦਾਰ ਹੈ ਜਾਂ ਅਕਾਲ ਤਖਤ ਦੇ ਜਥੇਦਾਰ ਸੈਕਟਰੀਏਟ ਹੈ, ਸਾਰਾ ਦਫ਼ਤਰ ਹੈ, ਉਹ ਇੰਡੀਪੈਂਡੈਂਟ ਹੋਣਾ ਚਾਹੀਦਾ। ਉਹ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਕੁਝ ਵੀ ਨਹੀਂ, ਉਹ ਇੱਕ ਗੁਰਦੁਆਰਿਆਂ ਦੇ ਫੰਡ ਨੂੰ ਮੈਨੇਜ ਕਰਨ ਵਾਲੀ ਹੈ, ਉਹ ਮੈਨੇਜ ਕਰ ਰਹੀ ਹੈ। ਤੇ ਉਹ ਥੋੜੇ ਕਨੇ ਪੈਸੇ ਧਰਮ ਪ੍ਰਚਾਰ ਲਈ ਵੀ ਉਹ ਇੱਕ ਰੱਖਿਆ ਵਾ, ਉਹਦਾ ਹਿੱਸਾ ਉਹਦੇ ਚ ਲਾ ਦਿੰਦੀ ਹੈ। ਜਾਂ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੇ ਲਈ, ਬੀੜਾਂ ਦੀ ਛਪਾਈ ਦੇ ਲਈ ਉਹਨੇ ਆਪਦੇ ਕੋਲੇ ਕੰਟਰੋਲ ਰੱਖਿਆ। ਕਾਨੂੰਨੀ ਲੈਵਲ ਉੱਤੇ ਸਰਕਾਰ ਤੋਂ, ਜਦੋਂ ਅਕਾਲੀ ਦਲ ਸੀਗਾ ਉਹਨਾਂ ਤੋਂ ਅਮੈਂਡਮੈਂਟ ਕਰਾਤੀ, ਉਹ ਅਕਾਲੀ ਦਲ ਨੂੰ ਵੀ ਫਿੱਟ ਬਹਿੰਦੀ ਸੀ। ਹੁਣ ਕੋਈ ਵੀ ਦੂਜਾ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਬੀੜ ਦੀ ਛਪਾਈ ਨਹੀਂ ਕਰ ਸਕਦਾ। ਸਾਰੇ ਏਕਾਧਿਕਾਰ ਮੋਨੋਪਲੀ ਸਾਰੀ ਐਸਜੀਪੀਸੀ ਕੋਲੇ ਆ। ਤੇ ਫਿਰ ਜਦੋਂ ਉਹ ਜਵਾਬ ਵੀ ਦੇਣ, ਜੇ ਤੁਹਾਡੇ ਕੋਲ ਮੋਨੋਪਲੀ ਆ ਤਾਂ ਵੀ 328 ਬੀੜਾਂ ਜਾਂ ਕਿੰਨੀਆਂ ਬੀੜਾਂ ਗਈਆਂ ਕਿੱਥੇ, ਸਿੱਖ ਪੰਥ ਨੂੰ ਜਵਾਬਦੇਹੀ ਵੀ ਬਣਦੀ ਹੈ ਨਾ। ਫਿਰ ਇਸ ਕਿਸਮ ਦੀ ਤੁਸੀਂ ਮੋਨੋਪਲੀ ਤਾਂ ਲੈ ਲਈ, ਹਾਂ, ਤੇ ਦੂਜਿਆਂ ਦਾ ਸਾਰਾ ਇਹਦੇ ਵਿੱਚ ਜਿਸ ਤਰ੍ਹਾਂ ਨਿਯੁਕਤੀ ਦੀ ਗੱਲ ਆਉਂਦੀ ਹੈ, ਸੇਵਾ ਮੁਕਤੀ ਦੀ ਆਉਂਦੀ, ਸੇਵਾ ਕਾਲ ਦੀ ਆਉਂਦੀ ਹੈ, ਤਾਂ ਉਹ ਫਿਰ ਸ਼੍ਰੋਮਣੀ ਕਮੇਟੀ ਉਹੀ ਸ਼੍ਰੋਮਣੀ ਕਮੇਟੀ ਹੈ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਜਿਹੜੀ ਇਸ ਤਰ੍ਹਾਂ ਦੇ ਫੈਸਲੇ ਕਰ ਰਹੀ ਹੈ। ਤੇ ਜੇ ਉਹੀ ਉਹ ਤਿਆਰ ਕਰੇਗੀ ਤਾਂ ਉਹ ਕਿਸ ਤਰ੍ਹਾਂ ਦਾ ਹੋਏਗਾ ਵਿਧੀ ਵਿਧਾਨ? ਦੇਖੋ, ਸਵਾਲ ਤਾਂ ਇਹ ਆ ਵੀ ਵਿਧੀ ਵਿਧਾਨ ਬਣਨਾ ਚਾਹੀਦਾ ਸਾਰਾ। ਕੋਈ ਸਿੱਖਾਂ ਵਿੱਚ ਪ੍ਰਵਾਨਿਤ ਜਥੇਬੰਦੀਆਂ ਕੁਛ ਵੱਡੀਆਂ ਤਾਂ ਹੈ ਨਹੀਂ ਅੱਜ ਕੱਲ, ਤਾਂ ਨਾ ਸ਼੍ਰੋਮਣੀ ਕਮੇਟੀ ਆਪ ਕੋਈ ਇਹੋ ਜਿਹਾ ਕੋਈ ਜੋਖਮ ਲਵੇਗੀ। ਉਹ ਆਪ ਗੱਲਾਂ ਕਰ ਸਕਦੇ ਆ। ਅਕਾਲ ਤਖਤ ਦੇ ਜਥੇਦਾਰ ਨੇ ਬਿਆਨ ਦਿੱਤਾ, ਬਹੁਤ ਵਧੀਆ ਬਿਆਨ ਦਿੱਤਾ। ਇਸ ਕਰਕੇ ਉਹ ਇੰਨਾ ਕੀ ਕਰਦੇ ਰਹੇ, ਉਹਨੂੰ ਡਰਾਫਟ ਬਣਾ ਕੇ, ਵਿਧੀ ਵਿਧਾਨ ਦਾ ਡਰਾਫਟ ਬਣਾ ਕੇ ਸਾਰੇ ਦੇਸ਼ ਪ੍ਰਦੇਸ਼ ਤੇ ਸਾਰੀਆਂ ਜਥੇਬੰਦੀਆਂ ਜਿੰਨੇ ਵੀ ਸਿੱਖਾਂ ਦੀਆਂ ਹੈ, ਛੋਟੀਆਂ ਵੱਡੀਆਂ, ਉਹਨਾਂ ਸਾਰਿਆਂ 'ਚ ਡਰਾਫਟ ਸਰਕੂਲੇਟ ਹੋਣਾ ਚਾਹੀਦਾ। ਉਹਦੇ ਤੇ ਬਹਿਸ ਹੋਣੀ ਚਾਹੀਦੀ ਹੈ ਵੀ ਜਥੇਦਾਰ ਨੂੰ ਕਿਵੇਂ ਅਸੀਂ ਡੀਲਿੰਕ ਕਰਨਾ ਸਰਕਾਰ ਦੇ ਡੇ ਟੂ ਡੇ ਨਾਲੋਂ, ਇਸ ਨਾਲੋਂ ਐਸਜੀਪੀਸੀ ਦੀ ਡੇ ਟੂ ਡੇ ਐਕਟੀਵਿਟੀ ਤੋਂ ਪਾਸੇ ਕਿਵੇਂ ਕਰਨਾ। ਜਿਵੇਂ ਇਲੈਕਸ਼ਨ ਕਮਿਸ਼ਨ ਹੋਇਆ ਵਾ, ਜਿਵੇਂ ਸੁਪਰੀਮ ਕੋਰਟ ਵੱਖਰਾ ਹੈਗਾ। ਇਹ ਸੁਪਰੀਮ ਕੋਰਟ ਦੇ ਤਸ਼ਵੀਹ ਲੋਕ ਦਿੰਦੇ ਆ ਵੀ ਅਕਾਲ ਤਖਤ ਦਾ ਜਥੇਦਾਰ ਮਤਲਬ ਸੁਪਰੀਮ ਕੋਰਟ ਹੈ, ਅਖੀਰ ਫੈਸਲਾ ਉਹਦਾ ਚੱਲਣਾ। ਅਕਾਲੀ ਦਲ ਦੇ ਫੈਸਲੇ, ਸ਼੍ਰੋਮਣੀ ਕਮੇਟੀ ਦੇ ਫੈਸਲੇ ਨੂੰ ਵੀ ਉਹ ਰੱਦ ਕਰ ਸਕਦਾ ਅਕਾਲ ਤਖਤ। ਇਸ ਕਿਸਮ ਦੀ ਪੋਜੀਸ਼ਨ ਚਾਹੀਦੀ ਹੈ। ਅੱਜ ਜਦੋਂ ਡੈਮੋਕ੍ਰੇਸੀਆ 'ਚ ਸਾਰਾ ਕੁਝ ਹੋ ਰਿਹਾ ਤੁਹਾਡੇ ਸਾਹਮਣੇ, ਮਾੜਾ ਚੰਗਾ ਹੋ ਤਾਂ ਰਿਹਾ ਕੁਝ, ਇੱਥੇ ਕੋਈ ਗੱਲ ਹੀ ਨਹੀਂ। ਇੱਥੇ ਸਾਰੇ ਐਗਜ਼ੀਕਿਊਟਿਵ ਹੈ ਜਿਹੜੀ। ਇੱਕ ਗੱਲ ਤਾਂ ਹੈਗੀ ਹੈ ਨਾ ਕਿ ਜਿਸ ਤਰ੍ਹਾਂ ਹੁਣ ਅਕਾਲ ਤਖਤ ਦੇ ਜਥੇਦਾਰ ਹੈ, ਉਹਨੂੰ ਤਨਖਾਹ ਵੀ ਦਿੱਤੀ ਜਾਂਦੀ ਹੈ ਸ਼੍ਰੋਮਣੀ ਕਮੇਟੀ ਵੱਲੋਂ, ਉਹ ਸਾਰੇ ਦਾ ਕੀ ਫਿਰ ਪ੍ਰਬੰਧ ਹੋਏਗਾ? ਤੁਸੀਂ ਕਮਾਲ ਹੈ ਸੁਪਰੀਮ ਕੋਰਟ ਦੀ ਸਾਰੀ ਤਨਖਾਹ ਤੇ ਸੁਪਰੀਮ ਕੋਰਟ ਦਾ ਸਾਰਾ ਕੁਝ, ਸਾਰਾ ਜਿੰਨਾ ਹੈ ਅਮਲੇ ਫੈਲੇ ਦਾ ਖਰਚਾ ਸਰਕਾਰਾਂ ਨਹੀਂ ਦਿੰਦੀਆਂ। ਉਹ ਸਟੇਟ ਦਾ ਇੱਕ ਐਸਟੈਬਲਿਸ਼ਮੈਂਟ ਦਾ ਹਿੱਸਾ ਹੁੰਦਾ, ਇੱਕ ਪੂਰਾ ਖਾਸ ਵਿਧੀ ਵਿਧਾਨ ਵਿੱਚ ਕੰਮ ਕਰਦਾ ਹੁੰਦਾ। ਇਹ ਸਿੱਖੀ ਦੀ, ਸਿੱਖ ਮਰਿਆਦਾ ਮੁਤਾਬਕ ਜਿਹੜੀ ਸਿੱਖੀ ਹੈ, ਜਿਹੜੀ ਰਹਿਤ ਮਰਿਆਦਾ ਸਰਵ ਪ੍ਰਵਾਨਿਤ ਹੋਈ ਵੀ ਹੈ 46 ਦੀ, ਉਹਦੇ ਮੁਤਾਬਕ ਉਹ ਐਕਟ ਕਰੇ ਅਕਾਲ ਤਖਤ ਦਾ ਜਥੇਦਾਰ, ਉਹਦੇ ਮੁਤਾਬਕ। ਪਰ ਇਹ ਨਹੀਂ ਹੈ ਵੀ ਉਹਨੂੰ ਤਨਖਾਹ ਵੀ ਉਹ ਆਪਦੀ ਹੋਰ ਕਿਤੋਂ ਪੈਦਾ ਕਰੇ, ਉਹ ਇੱਥੋਂ ਹੀ ਜਾਣੀ ਹੈ। ਜਿਵੇਂ ਸਾਰਾ ਤੁਹਾਡੇ ਸਾਹਮਣੇ ਡੈਮੋਕ੍ਰੇਸੀਆਂ ਸਾਰੀ ਦੁਨੀਆ ਦੀਆਂ ਕਰਦੀਆਂ। ਅਮਰੀਕਾ ਦੀ ਫੈਡਰਲ ਜਿਹੜਾ ਢਾਂਚਾ, ਉੱਥੋਂ ਦੀ ਜਿਹੜੀ ਸੁਪਰੀਮ ਕੋਰਟ ਹੈ, ਉਹ ਤਾਂ ਕਈ ਸਰਕਾਰਾਂ ਦੇ ਬਿਲਕੁਲ ਪ੍ਰੈਜ਼ੀਡੈਂਟ ਦੇ ਅਗੇਂਸਟ ਕਰ ਦਿੰਦੀ ਹੈ ਕੋਈ ਫੈਸਲੇ, ਤੇ ਇਹਦੀ ਤਨਖਾਹ ਥੋੜਾ ਉਹਨਾਂ ਦੀ ਬੰਦ ਕਰ ਦੂ ਜਾਂ ਉਹਨਾਂ ਦੇ ਅਮਲੇ ਫੈਲੇ ਨੂੰ ਲਾ ਕੇ ਰੱਖ ਦੇਣਗੇ। ਉੱਥੇ ਸੁਪਰੀਮ ਕੋਰਟ ਕੋਲੇ ਹੋਰ ਵੀ ਜ਼ਿਆਦਾ ਪਾਵਰ ਹੈ, ਉਹਦੀ ਪਾਵਰ ਰੱਦੀ ਅਮਰੀਕਾ ਦੇ ਵਿੱਚ, ਤੇ ਸੁਪਰੀਮ ਕੋਰਟ ਦੇ ਜੱਜ ਕੋਲੇ, ਤੇ ਜਿਹੜਾ ਹੈਡ ਹੈ ਉੱਥੋਂ ਦਾ। ਉਹ ਇਹ ਸਾਰਾ ਕੁਝ ਹੈਗਾ ਦੁਨੀਆ 'ਚ ਚੱਲ ਰਿਹਾ। ਤੇ ਸਾਡੇ ਧਰਮਦਾਰੇ ਵਿੱਚ ਤਾਂ ਇਹਦੀ ਬਹੁਤ ਜ਼ਰੂਰਤ ਹੈ ਜ਼ਿਆਦਾ, ਜੇ ਅਸੀਂ ਸਿੱਖੀ ਨੂੰ ਬਚਾ ਕੇ ਰੱਖਣਾ, ਗਿਰਾਵਟ ਤੋਂ ਨਾ ਆਉਣ। ਤੇ ਦੁਨੀਆ ਦੇ ਇਹਦਾ ਇੱਕ ਰੁਤਬਾ ਹਜੇ ਹੈਗਾ, ਲੋਕ ਇਸ ਨੂੰ ਪ੍ਰਵਾਨ ਕਰਦੇ ਆ, ਸਵੀਕਾਰ ਕਰਦੇ ਆ ਰੁਤਬੇ ਨੂੰ। ਇਸੇ ਕਰਕੇ ਦੇਸ਼ਾਂ ਵਿਦੇਸ਼ਾਂ ਤੋਂ ਸ਼ਿਕਾਇਤਾਂ ਵੀ ਇਹਨਾਂ ਕੋਲੇ ਆਉਂਦੀਆਂ ਨਹੀਂ ਕਿਉਂ। ਇਸ ਤੋਂ ਪਹਿਲਾਂ ਕੋਈ ਵਿਧੀ ਵਿਧਾਨ ਹੈ ਨਹੀਂ, ਬਿਲਕੁਲ ਕੋਈ ਵਿਧੀ ਵਿਧਾਨ ਨਹੀਂ, ਜਿਹਨੂੰ ਮਰਜ਼ੀ ਰੱਖ ਦਿੱਤਾ। ਜਿਹੜਾ ਉਹਨਾਂ ਦੀਆਂ ਸਿਆਸੀ ਲੋੜਾਂ ਨੂੰ, ਬਾਦਲ ਪਰਿਵਾਰ ਦੀਆਂ ਨੂੰ ਪੂਰਾ ਕਰਦਾ, ਉਸ ਨੂੰ ਤੁਸੀਂ ਅਕਾਲ ਤਖਤ ਦਾ ਜਥੇਦਾਰ ਬਣਾ। ਹੁਣ ਐਕਟਿੰਗ ਦਾ ਕੀ ਮਤਲਬ? ਇਹ 4 ਸਾਲ ਹੋ ਗਏ ਐਕਟਿੰਗ ਤੁਰਿਆ ਹੁੰਦਾ। ਐਕਟਿੰਗ ਕਦੇ ਕੋਈ ਪ੍ਰੋਵੀਜ਼ਨ ਹੈ ਐਕਟਿੰਗ ਦੀ? ਉਹ ਵਿਧੀ ਵਿਧਾਨ ਹੀ ਹੈ ਨਹੀਂ, ਉਹਨੂੰ ਐਕਟਿੰਗ ਕਹਿ ਦਿਓ, ਪੂਰਾ ਕਹਿ ਦਿਓ। ਗੁਰਬਚਨ ਸਿੰਘ ਜੇ ਜਥੇਦਾਰ ਅਕਾਲ ਤਖਤ ਦਾ ਪੂਰਾ ਸੀ, ਤੇ ਇਹ ਫੁੱਲ ਫਲੈਡ ਜਥੇਦਾਰ ਕਿਉਂ ਨਹੀਂ? ਇਹ ਐਕਟਿੰਗ ਕਿਵੇਂ ਹੋ ਗਿਆ? ਉਹਦੇ ਨਾਲੋਂ ਘੱਟ ਕੀ ਆ ਜਥੇਦਾਰ ਨਾਲੋਂ, ਪਹਿਲੇ ਨਾਲੋਂ, ਵੀ ਇਹਨੂੰ ਤੁਸੀਂ ਐਕਟਿੰਗ ਕਹਿ ਦਿਓ? ਇਸ ਕਰਕੇ ਕੋਈ ਵਿਧੀ ਵਿਧਾਨ ਨਹੀਂ, ਕੁਛ ਨਹੀਂ, ਮਰਜ਼ੀ ਚੱਲਦੀ ਹੈ ਇਹ ਸਾਰੀ। ਤੇ ਜਦੋਂ ਇਹ ਸਾਨੂੰ ਪਤਾ ਲੱਗਿਆ ਵੀ ਪੀਟੀਸੀ ਦੇ ਮਸਲੇ ਦੇ ਉੱਤੇ ਜਦੋਂ ਪ੍ਰੈਸ਼ਰ ਪਿਆ, ਪਿੱਛੇ ਪੋਲੀਟੀਕਲ ਪਾਰਟੀ ਦਾ, ਬਾਦਲ ਪਰਿਵਾਰ ਦਾ ਪ੍ਰੈਸ਼ਰ ਪਿਆ, ਤੇ ਅਕਾਲ ਤਖਤ ਜਥੇਦਾਰ ਚੁੱਪ ਕਰ ਗਿਆ। ਹੁਣ ਇਹ ਸਾਰੀਆਂ ਗੱਲਾਂ
ਸਭ ਦੇ ਸਾਹਮਣੇ ਹੈ, ਕੋਈ ਇਹ ਪਬਲਿਕ ਡੋਮੇਨ 'ਚ ਹੈ, ਇਹ ਕੋਈ ਹੈ ਨਹੀਂ ਆਪ ਪਬਲਿਕ ਉਹਨੇ ਅਨਾਉਂਸਮੈਂਟ ਕੀਤੀ ਸੀ ਵੀ ਹਫ਼ਤੇ ਦੇ ਅੰਦਰ ਅੰਦਰ ਅਸੀਂ ਬੰਦ ਕਰ ਦਿਆਂਗੇ, ਐਸਜੀਪੀਸੀ ਬੰਦ ਕਰ ਦੋ, ਲਾਗੂ ਕਿਉਂ ਨਹੀਂ ਕਰਾਇਆ? ਹਾਂਜੀ ਸਰ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇੱਕ ਹੋਰ ਉਹਨਾਂ ਨੇ ਬੜਾ ਜਿਹੜਾ ਗੰਭੀਰ ਸਵਾਲ ਉਠਾਇਆ ਹੈਗਾ ਕਿ ਸਿੱਖ ਸੰਸਥਾਵਾਂ ਆਪਸ ਵਿੱਚ ਜਿਹੜੀਆਂ ਝਗੜਦੀਆਂ ਹੈ ਉਹ ਗੋਲਕ ਤੇ ਕਬਜ਼ੇ ਕਰਕੇ, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਹੈ ਕਿ ਉਹ ਉੱਥੇ ਚੌਧਰ ਕਰਕੇ ਵੀ ਝਗੜਦੀਆਂ। ਇਹਦੇ ਬਾਰੇ ਤੁਹਾਡੀ ਕੀ ਰਾਏ? ਵੇਖੋ ਗੱਲ ਹੁੰਦੀ ਹੈ, ਜਿੱਥੇ ਪੈਸਾ ਹੋਵੇ ਪੈਸਾ ਹੀ ਚੌਧਰ ਤੁਹਾਡੀ ਬਣਾਉਂਦਾ। ਜਦੋਂ ਜੇ ਹੁਣ ਨਰੈਣ ਸੀ ਜਿਹੜਾ ਜਾਂ ਮਹੰਤ ਸੀਗਾ, ਉਹਦੇ ਕੋਲੇ ਜੇ ਜ਼ਮੀਨ ਸੀ ਲੱਗੀ ਵੀ 2000 ਏਕੜ ਜ਼ਮੀਨ ਇੱਥੇ ਨਨਕਾਣਾ ਸਾਹਿਬ ਦੇ ਨਾਲ ਉਹਦੇ ਨਾਲ ਸੀ, ਤੇ ਉਹਦਾ ਨਰੈਣ ਦਾਸ ਜਿਹੜਾ ਸੀਗਾ ਉਹਦਾ ਮਹੰਤ ਸੀ ਜਿਹਦਾ ਕਬਜ਼ਾ ਸੀ ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਉਹਦਾ ਪ੍ਰਭਾਵ ਵੀ ਸੀ ਸਿਆਸੀ, ਉਹਦਾ ਰੁਤਬਾ ਵੀ ਸੀ, ਤੇ ਇੱਥੋਂ ਤੱਕ ਵੀ ਉਸ ਦੀ ਸਪੋਰਟ ਵਿੱਚ ਸਾਰੇ ਉਸ ਵੇਲੇ ਦੇ ਕਾਂਗਰਸ ਲੀਡਰ ਵੀ ਸੀ ਤੇ ਹਿੰਦੂ ਮਹਾਸਭਾ ਦੇ ਲੀਡਰ ਵੀ ਸੀ, ਉਹਦੇ ਸਪੋਰਟ ਦੇ ਵਿੱਚ ਆਏ ਖੜੇ ਹੋਏ ਸਾਰਾ ਹੁਣ ਰਿਕਾਰਡ ਤੇ ਹੈਗਾ। ਹਾਂ, ਤੇ ਜਿਹੜਾ ਸ਼ੇਰੇ ਪੰਜਾਬ ਸਾਡਾ ਲਾਲਾ ਜੀ ਹੈ, ਉਹ ਬਕਾਇਦਾ ਉੱਥੇ ਉਹਦੇ ਨਾਲ ਸਮਝੌਤਾ ਕਰਾ ਕੇ ਮੀਟਿੰਗ ਕਰਾ ਰਿਹਾ ਸੀ ਲਾਹੌਰ ਦੇ ਵਿੱਚ ਉਹਦੀ, ਤੇ ਵੀ ਇਹ ਤੁਸੀਂ ਗਾਂਧੀ ਨੇ ਵੀ ਇਸ ਗੱਲ ਤੇ ਇਤਰਾਜ਼ ਕੀਤਾ ਵੀ ਤੁਸੀਂ ਇਸ ਨੂੰ ਵੱਖਰਾ ਕਿਉਂ ਕਹਿੰਦੇ, ਮਹੰਤ ਦੇ ਵਿਰੁੱਧ ਕਿਉਂ ਕਰਦੇ ਹੋ? ਇਸ ਕਰਕੇ ਸਿਆਸੀ ਉਹਦਾ ਬਣਦਾ ਹੀ ਬਣਦਾ ਕਲਾਊਟ, ਜਿਹਦੇ ਕੋਲ ਪੈਸਾ ਤੇ ਇੰਡੀਅਨ। ਇਹ ਸਾਰਾ ਕੁਝ ਤਾਂ ਸ਼ੁਰੂ ਹੋਇਆ ਸਿੱਖਾਂ ਦੇ ਗੁਰਦੁਆਰਿਆਂ 'ਚ, ਸਿੱਖਾਂ ਦੇ ਬਾਹਰ ਤਾਂ ਬਹੁਤ ਜ਼ਿਆਦਾ ਵਿਗਾੜ ਹੈ, ਤਾਂ ਪੈਣ ਲੱਗੇ। ਇਹਦਾ ਸ਼ੁਰੂਆਤ ਤਾਂ ਸਾਰੀ ਹੋਈ ਮਿਸਲਾਂ ਵੇਲੇ, ਜਦੋਂ ਸਿੱਖ ਸਰਦਾਰ ਬਣ ਗਏ, ਇੱਕ ਲੜਨ ਵਾਲਿਆਂ ਤੋਂ ਬਾਅਦ ਸਿੱਖ ਮਿਸਲਾਂ ਦੇ ਮਾਲਕ ਬਣ ਗਏ। ਉਹ ਮਾਲਕ ਬਣਨ ਦੇ ਪਿੱਛੇ ਉਹਨਾਂ ਨੇ ਜ਼ਮੀਨਾਂ ਗੁਰਦੁਆਰਿਆਂ ਦੇ ਨਾਲ ਲਵਾਤੀਆਂ, ਰਾਜ ਕਰਨ ਲੱਗ ਗਏ ਸਾਰੇ। ਉਦੋਂ ਪਿੱਛੇ ਰਣਜੀਤ ਸਿੰਘ ਨੇ ਹੋਰ ਲਵਾਤੀਆਂ। 80 ਸਾਲ ਦਾ ਸਿੱਖਾਂ ਦਾ ਮਿਸਲਾਂ ਦਾ ਤੇ ਰਣਜੀਤ ਸਿੰਘ ਦਾ ਰਾਜ ਰਿਹਾ। ਤੁਸੀਂ ਮੋਟੇ ਲੈਵਲ ਤੇ ਕਹੋ 1 ਸਦੀ ਰਿਹਾ। 1 ਸਦੀ ਦੇ ਵਿੱਚ ਗੁਰਦੁਆਰੇ ਸਾਰੇ ਅਮੀਰ ਹੋ ਗਏ। ਜਦੋਂ ਗੁਰਦੁਆਰਿਆਂ ਕੋਲੇ ਕੋਈ ਪੈਸਾ ਨਹੀਂ ਸੀ ਹੁੰਦਾ, ਗੁਰਦੁਆਰਿਆਂ ਦੇ ਕੋਲੇ ਕੱਲਾ ਇਹ ਧਰਮ ਦਾ ਕੰਮ ਹੁੰਦਾ ਸੀ, ਤੇ ਉਦੋਂ ਇਹ ਸਾਡੇ ਫਿਰ ਨਿਰਮਲੇ ਤੇ ਇਹ ਦੂਸਰੇ ਸਾਡੇ ਸੀ, ਸਾਰੇ ਜਿਹੜੇ ਇਹ ਨਿਰਮਲੇ ਤੇ ਜਿਹੜੇ ਇਹ ਸਾਡੇ ਉਦਾਸੀ, ਹਾਂ, ਇਹ ਦੋਨਾਂ ਦੇ ਲੋਕ ਪਰੰਪਰਾ ਨੂੰ ਉਹਨਾਂ ਦੇ ਜਿਹੜੇ ਹੁੰਦੇ ਸੀ ਉਹ ਬੰਦੇ ਸਾਂਭਦੇ ਰਹੇ। ਜਦੋਂ ਹੌਲੀ ਹੌਲੀ ਇਹਨਾਂ ਕੋਲ ਪੈਸਾ ਹੋ ਗਿਆ, ਉਹ ਜਿਹੜੇ ਸਾਂਭਦੇ ਪਿਤਾ ਪੁਰਖੀ ਹੋ ਗਏ। ਜਦੋਂ ਪੈਸਾ ਲੱਗ ਗਿਆ ਤਾਂ ਅਗਲੇ ਫਿਰ ਛੱਡਣ ਕਿਉਂ, ਕਬਜ਼ਾ ਨਾ ਛੱਡਿਆ। ਨਰੈਣ ਦਾਸ ਨੇ ਇਵੇਂ ਸੀ ਨਾ, ਪਿਤਾ ਪੁਰਖੀ ਫਿਰ ਜਾਇਦਾਦ ਬਣ ਗਈ। ਦਰਬਾਰ ਸਾਹਿਬ ਵਿੱਚੋਂ ਵੀ ਮਹੰਤਾਂ ਨੂੰ ਕੱਢਣ ਦਾ, ਗੁਰਦੁਆਰੇ ਯਾਦ ਕਰਾਉਣ ਦਾ ਇਹੀ ਹੋਇਆ, ਕਿਉਂਕਿ ਉਹ ਪਿਤਾ ਭਿਰਖੂ ਹੀ ਹੋ ਗਏ ਜਦੋਂ ਜਾਇਦਾਦ ਦੇ ਮਾਲਕ ਹੋ ਗਏ। ਇਹ ਫਿਰ ਗੁਰਦੁਆਰੇ ਯਾਦ ਕਰਾਏ ਸਾਰੇ। ਹੁਣ ਬਾਹਰ ਵੀ ਇਹੀ ਰੌਲਾ ਵੀ ਗੁਰਦੁਆਰਿਆਂ ਕੋਲੇ ਪੈਸੇ ਬਹੁਤ ਹੋ ਗਏ। ਬਾਹਰ ਤਾਂ ਕਈ ਗੁਰਦੁਆਰਿਆਂ ਕੋਲੇ 10-10 ਮਿਲੀਅਨ ਡਾਲਰ ਦੀ ਇਨਕਮ ਹੈ ਸਾਰੀ। ਉਹ ਜਿਹੜੇ ਬੈਂਕ 'ਚ ਜਾਊਗੀ, ਉਹ ਬੈਂਕ ਆਪੇ ਉੱਥੋਂ ਦੇ ਜਿਹੜਾ ਪ੍ਰਧਾਨ ਹੈ, ਜਿਹੜੀ ਮੈਨੇਜਮੈਂਟ ਆ, ਉਹਦਾ ਅਸਰ ਰਸੂਖ ਉਹ ਆਪਦੇ ਪ੍ਰਾਈਵੇਟ ਕੰਮਾਂ ਲਈ ਨਾ ਉਹ ਪੈਸਾ ਖਾਵੇ ਗੁਰਦੁਆਰੇ ਦੇ ਵਿੱਚੋਂ, ਇੱਕ ਪੈਸਾ ਵੀ ਨਾ ਖਾਵੇ, ਫੇਰ ਵੀ ਉਹ ਆਪਣੇ ਕੰਮਾਂ ਲਈ ਉਹਨੂੰ ਉਹ ਬੈਂਕਾਂ ਦੇ ਸਹਾਇਤਾ ਮਿਲਦੀ ਰਹੂਗੀ ਸਾਰੀ, ਲੋਨ ਵਗੈਰਾ ਪੈਸੇ ਲੈਣ 'ਚ ਆਪਦੇ ਬਿਜ਼ਨਸ ਲਈ। ਇਸੇ ਕਰਕੇ ਰੌਲਾ ਪੈਂਦਾ। ਦੂਜੀ ਇਹ ਜ਼ਿਆਦਾ ਜਦੋਂ ਪੈਸਾ ਹੋ ਗਿਆ, ਇਹਦੇ ਨਾਲ ਕਿਸ ਕਿਸਮ ਦਾ ਕਲਾਊਡ ਕਿਵੇਂ ਆਉਂਦਾ, ਸਿਆਸੀ ਲੈਵਲ ਦਾ ਤੁਹਾਡਾ ਅਸਰ ਅੰਦਾਜ਼ ਕਿਵੇਂ ਹੁੰਦੇ ਹੋ। ਹੁਣ ਸਾਡੇ ਸਾਰੀਆਂ ਜਿੰਨੀਆਂ ਬਾਹਰ ਐਮਬੈਸੀਆਂ, ਉਹ ਜਿਹੜੇ ਲੜਾਈ ਕਰਦੇ ਹੁੰਦੇ ਗੁਰਦੁਆਰਾ, ਵੱਡੇ ਗੁਰਦੁਆਰਿਆਂ ਦੀ ਆਮਦਨ ਵਾਲਿਆਂ ਦੀ ਮੈਨੇਜਮੈਂਟ ਦੀ, 2 ਗਰੁੱਪਾਂ ਦੀ ਲੜਾਈ ਹੁੰਦੀ ਹੈ। ਉਹ ਦੋਨਾਂ ਗਰੁੱਪਾਂ ਦੇ ਬੰਦੇ ਜਾ ਕੇ ਐਮਬੈਸੀਆਂ ਦੇ ਬੰਦਿਆਂ ਨਾਲ ਮੁਲਾਕਾਤ ਕਰਾਉਂਦੇ, ਕਿਉਂਕਿ ਐਮਬੈਸੀਆਂ ਤੋਂ ਬਗੈਰ ਤਾਂ ਇੰਡੀਆ 'ਚ ਚੱਲਦਾ ਨਹੀਂ। ਆਉਣਾ ਹੁੰਦਾ ਇੱਥੇ, ਨਹੀਂ ਤਾਂ ਤੁਹਾਨੂੰ ਬਾਰਡਰ ਤੋਂ ਰੋਕ ਦਿੰਦੇ ਆ। ਤੁਸੀਂ ਫਿਰ ਇਹ ਸਾਰਾ ਕੁਝ ਤੁਸੀਂ ਟੇਢੇ ਤਰੀਕੇ ਨਾਲ, ਸਰਕਾਰ ਤੁਹਾਡੇ ਤੇ, ਦਿੱਲੀ ਦੀ ਸਰਕਾਰ ਉੱਥੇ ਜਾ ਕੇ, ਇੰਡੀਅਨ ਸਰਕਾਰ ਉਹ ਤੁਹਾਡੇ ਤੇ ਅਸਰ ਅੰਦਾਜ਼ ਹੁੰਦੀ ਹੈ, ਤੁਹਾਡੇ ਉੱਥੇ ਗੁਰਦੁਆਰਿਆਂ 'ਚ ਵੀ, ਇੱਥੇ ਵੀ ਹੁੰਦੀ ਆ। ਇੱਥੇ ਇਲੈਕਸ਼ਨ ਰਾਹੀਂ ਹੁੰਦੀ ਆ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 2011 ਦੀ ਇਲੈਕਸ਼ਨ ਹੋਈ ਆ, ਉਦੋਂ ਪਿੱਛੋਂ ਇਲੈਕਸ਼ਨ ਨਹੀਂ ਹੋਈ। ਪਹਿਲਾਂ ਵੀ 16-17 ਸਾਲਾਂ ਬਾਅਦ ਹੋਈ ਹੈ। ਇਸ ਕਰਕੇ ਇਨਡਾਇਰੈਕਟਲੀ ਇੱਥੇ ਵੀ ਤੁਹਾਡੇ ਗੁਰਦੁਆਰਿਆਂ ਉੱਤੇ, ਤੁਹਾਡੇ ਅਕਾਲ ਤਖਤ ਤੇ ਵੀ ਦਿੱਲੀ ਦਾ ਜਾਂ ਇੰਡੀਅਨ ਸਰਕਾਰ ਦਾ ਕਬਜ਼ਾ, ਬਾਹਰ ਉਹਨਾਂ ਦੇ ਥਰੂ ਐਮਬੈਸੀਆਂ ਕਬਜ਼ਾ ਨਹੀਂ। ਉਹਦੇ ਵਿੱਚ ਸਿੱਧ ਸਾਹਿਬ, ਅਕਾਲ ਤਖਤ ਦੇ ਜਥੇਦਾਰ ਨੇ ਇਹ ਗੱਲ ਵੀ ਕਹੀ ਹੈ ਕਿ ਜਿਹੜੀਆਂ ਉਹਨਾਂ ਕੋਲ ਸ਼ਿਕਾਇਤਾਂ ਆਉਂਦੀਆਂ ਗੁਰਦੁਆਰਿਆਂ ਦੀ, ਜਿਹੜੀਆਂ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਕਮੇਟੀਆਂ ਦੇ ਵਿਚਾਲੇ ਜਿਹੜੇ ਝਗੜੇ ਹੈ, ਉਹਨਾਂ ਵਿੱਚ ਬਹੁਤੀਆਂ ਸ਼ਿਕਾਇਤਾਂ ਜਿਹੜੀਆਂ ਉਹ ਜਿਹੜੇ ਵਿਦੇਸ਼ਾਂ ਵਿੱਚ ਗੁਰਦੁਆਰੇ ਹੈ ਉਹਨਾਂ ਦੇ ਸੰਬੰਧ ਦੇ ਵਿੱਚ ਹੈ। ਉਹ ਵਿਦੇਸ਼ਾਂ ਵਿੱਚ ਜ਼ਿਆਦਾ ਰੌਲਾ ਪੈਂਦਾ, ਇੱਥੇ ਤੁਸੀਂ ਕਰ ਨਹੀਂ ਸਕਦੇ। ਇੱਥੇ ਤਾਂ ਜੇ ਕੋਈ ਮੈਨੇਜਮੈਂਟ
ਕਿਸੇ ਗੁਰਦੁਆਰੇ ਦੀ ਮੈਨੇਜਮੈਂਟ 'ਚ ਕੋਈ ਗਰੁੱਪ ਕਹੇ ਵੀ ਇਹ ਗਲਤ ਹੈ ਜੀ ਗੁਰਦੁਆਰੇ ਦੀ ਮੈਨੇਜਮੈਂਟ, ਇੱਥੇ ਤਾਂ ਉਹਨੂੰ ਅੱਤਵਾਦੀ ਕਹਿ ਜਾਂਦਾ, ਖਾਲਿਸਤਾਨੀ ਕਹਿ ਕੇ ਉਹਦੇ ਤੇ ਪੁਲਿਸ ਦਾ ਕੇਸ ਵੀ ਬਣ ਜਾਂਦਾ, ਜਿਹੜੀ ਵੱਡੀ ਧਿਰ ਹੈ ਜਾਂ SGPC ਬਣਵਾ ਦੂਗੀ। ਕਰਕੇ ਦੇਖ ਲਓ ਕਿਸੇ SGPC ਗੁਰਦੁਆਰੇ ਦੇ ਵਿਰੁੱਧ ਕੋਈ ਗੱਲ ਇੱਥੇ। ਤੋ ਇਸ ਕਰਕੇ ਉੱਥੇ ਇਹ ਗੱਲ ਤਾਂ ਹੈ ਨਹੀਂ ਕਿ ਨਾ, ਇਸ ਕਰਕੇ ਉੱਥੋਂ ਦੀਆਂ ਲੜਾਈਆਂ ਦੇ ਝਗੜੇ ਇੱਥੋਂ ਤੱਕ ਪਹੁੰਚ ਜਾਂਦੇ। ਇੱਥੇ ਤਾਂ ਝਗੜਾ ਹੀ ਨਹੀਂ ਉੱਠਦਾ। ਇੱਥੇ ਦਾ ਸਿਸਟਮ ਇਹ ਹੈ ਵੀ ਜਿਵੇਂ ਸਾਡੇ ਬਹੁਤੇ ਕੇਸ ਹੈ ਜਿਹੜੇ ਹੁਣ ਤੱਕ ਜਿਹੜੀ ਸਾਡੀ ਸੁਸਾਇਟੀਆਂ ਦੇ ਵਿੱਚ, ਇੰਡੀਅਨ ਸੁਸਾਇਟੀ ਵਿੱਚ ਕੇਸ ਹੈ, ਰੇਪ ਦੇ ਕਿਸੇ ਰਿਪੋਰਟ ਹੀ ਨਹੀਂ ਹੁੰਦੇ, ਪੁਲਿਸ ਤੱਕ ਹੀ ਨਹੀਂ ਜਾਂਦੇ। ਇੱਥੇ ਵੀ ਜਿਹੜੇ ਸਾਰੇ ਝਗੜੇ ਆ ਗੁਰਦੁਆਰਿਆਂ ਦੇ, ਉਹ ਨਹੀਂ ਪਹੁੰਚਦੇ ਇੱਥੋਂ ਤੱਕ, ਸਾਡੇ ਦਰਬਾਰ ਸਾਹਿਬ ਅਕਾਲ ਤਖਤ ਤੱਕ ਨਹੀਂ ਪਹੁੰਚਦੇ। ਇਹਦੇ ਸੈਕਟਰੀਏਟ 'ਚ ਨਹੀਂ ਆਉਂਦੇ, ਇਹਦੇ ਕੋਲੇ ਆਉਂਦੇ ਨਹੀਂ, ਵਿਚਾਰੇ ਡਰਦੇ ਨਹੀਂ ਆਉਂਦੇ। ਹੋਰ ਇੱਥੇ ਪੁਲਿਸ ਦਾ ਤੇ ਇਸ ਕਿਸਮ ਦਾ ਚੌਧਰ ਦਾ ਦਬਦਬਾ ਬਹੁਤ ਹੈ, ਉੱਥੇ ਹੀ ਸਾਰਾ ਕੁਝ ਨਿਬੜ ਜਾਂਦਾ ਜਾ ਅਵਾਇਡ ਕਰਦਾ। ਇਹਦੀ ਤਾਜ਼ਾ ਮਿਸਾਲ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਹੈ। ਤਾਜ਼ਾ ਮਿਸਾਲ ਤਾਂ ਉਹ ਹੈ, ਤੁਸੀਂ ਉਹ ਤੁਹਾਡੇ ਸਾਹਮਣੇ ਆ ਕੀ ਕੁਝ ਹੋਇਆ ਉੱਥੇ ਸਾਰਾ। ਇਸ ਕਰਕੇ ਤੁਸੀਂ ਇੱਥੇ ਨਹੀਂ ਜਾ ਸਕਦੇ। ਬਾਹਰ ਥੋੜਾ ਜਿਹਾ ਇੰਡੀਪੈਂਡੈਂਟ ਹੈਗੇ ਆ, ਉਹ ਇੱਥੋਂ ਤੱਕ ਸ਼ਿਕਾਇਤ ਪਹੁੰਚਾ ਦਿੰਦੇ ਜਿਹੜੇ ਦੋਨੋਂ ਗਰੁੱਪ ਹੈ ਉਹ ਲੜਾਈ ਦੇ। ਇਸ ਕਰਕੇ ਸਿੱਖਾਂ ਨੂੰ ਬਹੁਤ ਤੇਜ਼ੀ ਨਾਲ ਜ਼ਰੂਰਤ ਹੈ ਵੀ ਇਹਦੀ ਰਹਿਤ ਮਰਜ਼ਾਦਾ ਦੇ ਕਸਟੋਡੀਅਨ ਦੇ ਲੈਵਲ ਤੇ, ਉਸ ਨੂੰ ਲਾਗੂ ਕਰਾਉਣ ਦੇ ਲੈਵਲ ਤੇ, ਕਮਿਊਨਿਟੀ ਨੂੰ, ਸਾਰੇ ਸਿੱਖ ਪੰਥ ਨੂੰ ਇਕੱਠਾ ਰੱਖਣ ਦੇ ਲਈ ਇੱਥੇ ਇਹ ਜ਼ਰੂਰੀ ਹੈ ਵੀ ਅਕਾਲ ਤਖਤ ਦੇ ਜਥੇਦਾਰ ਦੀ ਜਿਹੜੀ ਚੋਣ ਹੈ ਉਹ ਵਿਧੀ ਵਿਧਾਨ 'ਚ ਹੋਵੇ, ਉਹਦਾ ਟਰਮ ਹੋਵੇ, ਉਹਦਾ ਸਮਾਂ ਹੋਵੇ, ਉਹਨਾਂ ਦਾ ਇੱਕ ਗਰੁੱਪ ਬਣੇ। ਹੁਣ ਸੁਪਰੀਮ ਕੋਰਟ ਦੇ ਜੱਜ ਹੈ ਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਸਾਰਿਆਂ ਦੇ ਇੱਕ ਗਰੁੱਪ ਬਣਦਾ ਵੀ ਆਹ ਜੱਜ ਡਿਜ਼ਰਵ ਕਰਦੇ ਆ, ਉਹਨਾਂ 'ਚੋਂ ਫਿਰ ਅੱਗੇ ਚੁਣੇ ਜਾਂਦੇ ਆ। ਸਾਰਾ ਇੱਕ ਵਿਧੀ ਵਿਧਾਨ ਹੈ। ਇੱਥੇ ਤਾਂ ਕੋਈ ਵਿਧੀ ਵਿਧਾਨ ਨਹੀਂ ਰੱਖਿਆ ਵਾ। ਇਹ ਰੱਖਣਾ ਪਊਗਾ ਤੁਰਤ, ਨਹੀਂ ਤਾਂ ਫਿਰ ਇਹ ਸ਼ੀਆ ਸੁੰਨੀ ਵਾਂਗੂ ਤੇ ਹੋਰ 10 ਹੋਰ ਫਿਰਕਿਆਂ ਦੇ ਵਿੱਚ ਜਿੰਨੇ ਸੈਕਟ ਹੈ, ਕਿੰਨੇ ਸੈਕਟਾਂ ਵਿੱਚ ਸਿੱਖ ਵੀ ਵੰਡਿਆ ਜਾਊਗਾ। ਡੇਰੇਦਾਰੀਆਂ ਆ ਰਹੀਆਂ, ਇਹਨਾਂ ਤੇ ਕਬਜ਼ਾ ਕਰ ਲਓ, ਡੇਰੇਦਾਰੀਆਂ ਕਬਜ਼ਾ ਕਰ ਰਹੀਆਂ। ਉੱਥੇ ਡੇਰੇਦਾਰ ਕੱਲਾ ਹੀ ਮਾਲਕ ਹੁੰਦਾ ਸਾਰੀ ਗੱਲ ਦਾ, ਤੇ ਵਿੱਚੇ ਉਹਦੇ ਉੱਥੇ ਫਿਰ ਅਕਾਲ ਤਖਤ ਦਾ ਜਥੇਦਾਰ ਤੱਕ ਵੀ ਉਹਨਾਂ ਡੇਰਿਆਂ ਤੱਕ ਜਾਂਦੇ ਆ। ਇੱਥੋਂ ਤੱਕ ਤਾਂ ਕਾਮਯਾਬੀ ਹੋ ਜਾਂਦੀ ਹੈ। ਇਸ ਕਰਕੇ ਸਾਰਾ ਕੁਝ ਸਾਨੂੰ ਅਕਾਲ ਤਖਤ ਦੇ ਜਥੇਦਾਰ ਦੀ ਸੀਟ ਨੂੰ ਕੀ ਅਕਾਲ ਤਖਤ ਨੂੰ ਇਹਦੀ ਸਭ ਇੱਕ ਮੇਰਾ ਇਹ ਵੀ ਸਵਾਲ ਹੈ ਕਿ ਜਿਸ ਤਰ੍ਹਾਂ ਤੁਸੀਂ ਇਹ ਗੱਲ ਕਰ ਰਹੇ ਆਪਾਂ ਵਿਧੀ ਵਿਧਾਨ ਦੀ, ਉਹਦੇ ਵਿੱਚ ਕੀ ਇਹ ਸ਼੍ਰੋਮਣੀ ਕਮੇਟੀ ਹੀ ਬਣਾਵੇ ਤੁਹਾਡੀ ਨਜ਼ਰ 'ਚ ਹੈ? ਸ਼੍ਰੋਮਣੀ ਕਮੇਟੀ ਇਕੱਲੀ ਕਿਉਂ ਬਣਾਵੇ? ਸ਼੍ਰੋਮਣੀ ਕਮੇਟੀ ਦੂਜੀਆਂ ਜੇ ਕਿਸੇ ਦਾ ਇਮਾਨਦਾਰੀ ਹੋਵੇ, ਜਿਵੇਂ ਹੁਣ ਹਰਜਿੰਦਰ ਸਿੰਘ ਧਾਮੀ ਹੈ, ਉਹਦਾ ਰੈਪੂਟੇਸ਼ਨ ਹੈ ਬੜਾ ਇਮਾਨਦਾਰ ਹੈਗਾ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਵੀ ਉਹੀ ਬੰਦਾ ਕਹਿੰਦੇ ਵੀ ਅਸੀਂ ਡਰਾਫਟ ਬਣਾ ਕੇ ਸਰਕੂਲੇਟ ਕਰਦੇ ਆ, ਗੱਲ ਸ਼ੁਰੂ ਹੋਵੇ ਉਹਦੇ 2-4 ਲੱਗ ਜਾਣ ਸਾਲ, 4 ਲੱਗ ਜਾਣ, 10 ਲੱਗ ਜਾਣ। ਹੁਣ ਤੁਸੀਂ ਦੇਖੋ ਵੀ ਸੰਵਿਧਾਨ ਨੇਪਾਲ ਦੇ ਬਣਦੇ ਨੂੰ ਪਹਿਲਾਂ ਤਾਂ ਉਹ 15 ਸਾਲ ਨਹੀਂ ਬਣ ਸਕਿਆ। ਹਰ 2-3 ਟਰਮਾਂ ਦੀ ਚੋਣ ਹੋ ਗਈ ਤੇ ਸੰਵਿਧਾਨ ਬਣ ਹੀ ਨਹੀਂ ਸਕਿਆ ਸੀ, ਅਜੇ ਵੀ ਨਹੀਂ ਬਣਿਆ, ਕਾਫੀ ਦੇਰ ਲੱਗ ਗਈ। ਇਹ ਜਿਹੜੇ ਵਿਧੀ ਵਿਧਾਨ ਬਣਾਉਂਦੇ ਹੁੰਦੇ ਕਾਫੀ ਦੇਰ ਲੱਗ ਜਾਂਦੀ ਹੈ, ਪਰ ਇਹਦਾ ਇੱਕ ਪ੍ਰੋਸੈਸ, ਇਹਦੀ ਪ੍ਰਕਿਰਿਆ ਤਾਂ ਸ਼ੁਰੂ ਕਰਨੀ ਪੈਂਦੀ ਹੈ ਨਾ। ਸਾਡੇ ਸਿੱਖਾਂ 'ਚ ਕੋਈ ਪ੍ਰਕਿਰਿਆ ਦੀ ਗੱਲ ਹੀ ਨਹੀਂ। ਪਰ ਅਕਾਲ ਤਖਤ ਦਾ ਜਥੇਦਾਰ ਤਾਂ ਕਹਿ ਰਿਹਾ ਕਿ ਅਸੀਂ ਪਹਿਲਾਂ ਵੀ ਕਿਹਾ ਤੇ ਸ਼੍ਰੋਮਣੀ ਕਮੇਟੀ ਅਮਲ ਹੀ ਨਹੀਂ ਕਰ ਰਹੀ। ਉਹਨੇ ਕੀ ਕਿਹਾ? ਕੋਈ ਉਹੀ ਚੱਲ ਸ਼ੁਰੂ ਕਰਦੇ, ਅਕਾਲ ਤਖਤ ਦਾ ਜਥੇਦਾਰ ਹੀ ਸ਼ੁਰੂ ਕਰਦੇ ਵੀ ਆ ਵਿਧੀ ਵਿਧਾਨ ਹੋਣੀ ਚਾਹੀਦੀ ਹੈ। ਉਹ ਕਰਦੇ ਸ਼ੁਰੂ, ਕਿਸੇ ਸੰਸਥਾ ਵੱਲੋਂ ਆ ਜੇ, ਅਕਾਲ ਤਖਤ ਦੇ ਜਥੇਦਾਰ ਵੱਲੋਂ ਇਹ ਵਿਧੀ ਵਿਧਾਨ ਦਾ ਡਰਾਫਟ ਸਾਰੇ ਸਰਕੂਲੇਟ ਹੋ ਜਾਏ ਸਿੱਖਾਂ ਦੇ ਵਿੱਚ, ਜਿਹਦੀਆਂ ਉਹਨਾਂ ਦੀਆਂ ਵੱਡੀਆਂ ਜਥੇਬੰਦੀਆਂ ਉਹਨਾਂ 'ਚ ਸਰਕੂਲੇਟ ਹੋ ਜਾਏ, ਉਹਨਾਂ ਤੇ ਵਿਚਾਰ ਵਟਾਂਦਰੇ ਹੋਣ ਤੇ ਬਣ ਸਕਦਾ ਸਾਰਾ ਕੁਝ। ਇਨੀਸ਼ੀਏਟਿਵ ਨਹੀਂ ਲੈਣਾ, ਗੱਲਾਂ ਹੀ ਕਰਨੀਆਂ, ਸਾਰੀਆਂ ਗੱਲਾਂ ਮੌਕੇ ਦੇ ਮੁਤਾਬਕ ਕਰ ਲੈਣੀਆਂ। ਇਹ ਤਾਂ ਇੱਕ ਪੋਲਿਟਿਕਸ ਵਾਲਾ ਹੀ ਪਾਰਟ ਜਿਹਾ ਬਣ ਜਾਂਦਾ ਵੀ ਮੌਕੇ ਮੁਤਾਬਕ, ਸਿਚੁਏਸ਼ਨ ਮੁਤਾਬਕ ਉਹ ਜਿਹਾ ਬਿਆਨ ਦੇ ਦਿਓ ਜਿਵੇਂ ਸਿਚੁਏਸ਼ਨ ਡਿਮਾਂਡ ਕਰਦੀ ਹੈ, ਮੰਗ ਕਰਦੀ ਹੈ ਸਿਚੁਏਸ਼ਨ। ਇਸ ਕਰਕੇ ਕਰਨਾ ਚਾਹੀਦਾ, ਕਿੱਥੋਂ ਕੀਤਾ ਜਾਵੇ। ਅਸੀਂ ਕੇਂਦਰੀ ਸਿੰਘ ਸਭਾ ਵੱਲੋਂ ਬਣਾ ਕੇ ਭੇਜਿਆ। ਇੱਕ ਹੋਰ ਅੰਮ੍ਰਿਤਸਰ ਦੀ ਜਥੇਦਾਰ ਮੇਰੇ, ਉਹਦਾ ਇਹਨਾਂ ਨੇ ਹਜੇ ਤੱਕ ਉਹਨੂੰ ਪ੍ਰਵਾਨ ਨਹੀਂ ਕੀਤਾ। ਅਸੀਂ ਸਾਰੇ ਉੱਥੇ ਕਿਹਾ ਸੀ, ਅਸੀਂ ਇੱਥੋਂ ਤੱਕ ਕਿਹਾ ਸੀ ਵੀ ਅੰਮ੍ਰਿਤ ਜਿਹੜਾ ਨਿਹੰਗ ਸਿੰਘਾਂ ਨੂੰ, ਜਿਹੜੇ ਦਲਿਤ ਨਿਹੰਗ ਸਿੰਘ ਆ, ਉਹਨਾਂ ਨੂੰ ਅੰਮ੍ਰਿਤ ਵੱਖਰੇ ਲੈਵਲ ਤੇ ਛਕਾਇਆ ਜਾਂਦਾ, ਉਹਨਾਂ ਦੇ ਭਾਂਡੇ ਵੱਖਰੇ ਕਰ ਦਿੰਦਾ ਨਿਹੰਗ ਸਿੰਘਾਂ ਦੇ ਵਿੱਚ। ਵੀ ਤੁਸੀਂ ਇੰਨਾ ਕੁ ਤਾਂ ਅਕਾਲ ਤਖਤ ਦੇ ਜਥੇਦਾਰ ਨੂੰ ਖੁਦ ਉਸ ਦਲਿਤ ਸਮੁਦਾਇ ਨਾਲ ਜੁੜਿਆ ਹੋਇਆ, ਉਧਰੋਂ ਆ ਰਿਹਾ, ਤੇ ਤੁਸੀਂ ਇੱਥੇ ਹੀ ਕਰਦੇ ਹੋ ਵੀ ਭਾਈ ਅੰਮ੍ਰਿਤ ਦੀ ਦਾਤ ਹੈ ਉਹ ਇੱਕੋ ਹੈ ਸਾਰੇ ਸਿੱਖਾਂ ਲਈ। ਇਹਦਾ ਮਤਲਬ ਅੰਮ੍ਰਿਤ ਛਕਾਉਣ 'ਚ ਵਿਤਕਰਾ ਤੁਸੀਂ ਕਹਿ ਰਹੇ ਹੋ? ਵਿਤਕਰਾ, ਬਿਲਕੁਲ ਵਿਤਕਰਾ ਕੀਤਾ ਜਾ ਰਿਹਾ, ਸ਼ਰੇਆਮ ਪਤਾ। ਇਹ ਕਹਿੰਦਾ ਵੀ ਨਿਹੰਗ ਸਿੰਘਾਂ ਦੀਆਂ ਬੜੀਆਂ ਸਟਰੋਂਗ ਜਥੇਬੰਦੀਆਂ, ਅਸੀਂ ਨਹੀਂ ਪੰਗਾ ਲੈ ਸਕਦੇ। ਹੁਣ ਤੁਸੀਂ ਇਸ ਕਿਸਮ ਦਾ ਸਾਰਾ ਕਰੋਗੇ, ਕੋਈ ਸਟੈਂਡ ਤਾਂ ਲਿਆ ਜਾਵੇ ਕਿਤੇ ਲੈਵਲ ਤੇ ਕਿਸੇ ਤੇ। ਅੰਮ੍ਰਿਤ ਦੀ ਦਾਤ ਨੂੰ ਹੀ ਇੱਕ ਜਿਹੜੀ ਗੁਰੂ ਨੇ ਬਖਸ਼ੀ ਹੈ ਉਹ ਤਾਂ ਇੱਕ ਰੱਖੀ ਜਾਵੇ ਨਾ, ਉਹਦੇ 'ਚ ਵੀ ਫਰਕ ਹੈ।
ਤੇ ਇਸ ਕਰਕੇ ਹਾਂ ਇਹ ਲਿਖਤੀ ਲੈਵਲ ਤੇ ਅਸੀਂ ਆ ਕੇ ਮੀਟਿੰਗਾਂ ਕਰਕੇ ਕਿਹਾ ਇਹਨੂੰ ਕੇਂਦਰੀ ਸਿੰਘ ਸਭਾ ਵੱਲੋਂ ਨਹੀਂ ਕਿਸੇ ਟੱਕਿਆ ਨਹੀਂ ਕੁਝ ਮਸਲਾ ਹੀ ਨਹੀਂ ਲਿਆ ਅਜੇ ਤੱਕ। ਇਹ ਅਸੀਂ ਇਸ ਕਰਕੇ ਸਾਨੂੰ ਬੜਾ ਵੱਡੇ ਦੁੱਖ ਨਾਲ ਕਹਿਣਾ ਪੈਂਦਾ ਵੀ ਵਿਧੀ ਵਿਧਾਨ ਚਾਹੁੰਦੇ ਕੋਈ ਜਿਹਦੇ ਪਿੱਛੇ ਸਾਰੇ ਸਿੱਖਾਂ ਦਾ ਬਾਹਰ ਬੈਠੇ ਸਿੱਖ ਵੀ ਇੱਥੋਂ ਦੇ ਬੈਠੇ ਸਿੱਖ ਵੀ ਸਾਰਿਆਂ ਦਾ ਉਹ ਇੱਕ ਕੰਸੈਂਸਸ ਨਾਲ ਇੱਕ ਸਰਬਸੰਮਤੀ ਨਾਲ ਨੁਮਾਇੰਦੇ ਦੇ ਲੈਵਲ ਤੇ ਜਥੇਦਾਰ ਬਾਹਰ ਆਵੇ। ਉਹਦਾ ਸਮਾਂ ਹੋਵੇ 5 ਸਾਲ ਰਹੂਗਾ 2 ਟਰਮਾਂ ਰਹੂਗਾ 3 ਰਹੂਗਾ ਇਹ ਸਾਰਾ ਕੁਝ ਇਹ ਹੋਣਾ ਚਾਹੀਦਾ। ਇਹਦੇ ਚ ਅਸੀਂ ਇਸ ਗੱਲ ਦੀ ਸਪੋਰਟ ਕਰਦੇ ਜਥੇਦਾਰ ਦੀ ਤੇ ਅਸੀਂ ਜਥੇਦਾਰ ਦੀ ਨੂੰ ਬੇਨਤੀ ਵੀ ਕਰਦੇ ਹਾਂ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਵੀ ਉਹ ਇਹਦੇ ਤੇ ਆਪ ਹੀ ਸ਼ੁਰੂ ਕਰ ਦੇਣ ਤੇ ਲੋਕਾਂ ਨੂੰ ਬੁਲਾ ਲੈਣ ਇੱਕ ਮੀਟਿੰਗ ਬੁਲਾਉਣ ਆ ਕੇ ਮੀਟਿੰਗ ਬੁਲਾ ਕੇ ਕਹਿਣ ਵੀ ਤੁਸੀਂ ਬਣਾ ਕੇ ਲਿਆਓ ਆਪਦੇ ਡਰਾਫਟ ਤੇ ਡਰਾਫਟਾਂ ਤੋਂ ਜਿਹੜਾ ਚੰਗਾ ਡਰਾਫਟਾਂ ਨੂੰ ਅੱਗੇ ਤੋਰ ਦੇ ਲੋਕਾਂ 'ਚ ਭੇਜੇ। ਕੁਛ ਕਰਨ ਦਾ ਸਿੱਖ ਪੰਥ ਦਾ ਬਹੁਤ ਹੀ ਗਿਰਾਵਟ ਵੱਲ ਨੂੰ ਜਾ ਰਿਹਾ ਹੈ। ਇੱਕ ਛੋਟਾ ਬਹੁਤ ਗਿਣਤੀ ਇੱਕ ਉੱਤੋਂ ਹਜੇ ਤੱਕ ਜਿਹੜੇ ਸਾਰੀ ਪੁਜਾਰੀ ਕਲਾਸ ਹੈ ਉਹ ਬ੍ਰਾਹਮਣੀਕਲ ਤੌਰ ਤਰੀਕੇ ਦੇ ਹੀ ਗੁਰਬਾਣੀ ਦੀ ਵਿਆਖਿਆ ਕਰ ਰਹੀ ਹੈ। ਉਹ ਸਿੱਖੀ ਦੀ ਲੈਵਲ ਤਾਂ ਵਿਆਖਿਆ ਹੀ ਸਾਰੀ ਖਤਮ ਹੋ ਗਈ। ਉਹ ਬ੍ਰਾਹਮਣੀਕਲ ਲੈਵਲ ਦੀ ਵਿਆਖਿਆ ਨਰਕ ਸੁਰਗ ਦੇ ਵਿੱਚ ਹੀ ਹੈ ਸਾਰਾ ਕੁਝ ਜਿਸ ਤਰੀਕੇ ਦਾ ਉਹ ਹੈ। ਜੇ ਅਸੀਂ ਨਰਕ ਸੁਰਗ ਦੀ ਗੱਲ ਕਰਾਂਗੇ ਤਾਂ ਫਿਰ ਕਰਮ ਥਿਉਰੀ ਆ ਜਾਂਦੀ ਹੈ ਕਰਮ ਆ ਜਾਂਦੀ ਹੈ ਕਰਮਾਂ ਦਾ ਫਲ ਹੈ ਜਾਤ ਪਾਤ ਫਿਰ ਜਾਤ ਪਾਤ ਸਾਡੇ 'ਚ ਖੜੀ ਹੋ ਜਾਂਦੀ ਹੈ। ਸਾਰਾ ਸਰਕਲ ਅਸੀਂ ਉਸੇ ਬ੍ਰਾਹਮਣੀਕਰ ਸਰਕਲ ਦਾ ਜਦੋਂ ਅਸੀਂ ਲੱਤਾ ਕਰੀ ਜਾਂਦੇ ਹਾਂ। ਬਾਕੀ ਕਿਰਦਾਰ ਜਿਹੜਾ ਜਥੇਦਾਰਾਂ ਦਾ ਚਾਹੀਦਾ ਹੁਣ ਪਟਨਾ ਸਾਹਿਬ ਦੇ ਜਥੇਦਾਰ ਦੇ ਉੱਤੇ ਜਾਤੀ ਲੈਵਲ ਦੇ ਲਾਂਛਨ ਵੀ ਲੋਕਾਂ ਨੇ ਲਾਏ ਓਪਨ ਸਾਰੇ ਕੁਝ ਲੱਗੇ ਆ। ਤੁਸੀਂ ਕੀ ਕਰੋਗੇ ਉਹਨਾਂ ਦਾ ਸਾਰਾ ਕੁਝ ਪਤਾ ਹੈ ਸਾਰਾ ਲੋਕਾਂ ਨੂੰ ਬਾਹਰ ਵੀ ਆ ਗਿਆ ਸਾਰਾ ਕੁਝ। ਜੇ ਉਹਨੇ ਕਿਸੇ ਉਹ ਸੋਨੇ ਵਾਲੀ ਗੱਲ 'ਚ ਕੋਈ ਫਰਕ ਸ਼ਰਕ ਉਹਦੇ ਤੇ ਹਜੇ ਹੋ ਰਹੀ ਹੈ ਪੜਤਾਲ। ਜਾਤੀ ਲੈਵਲ ਦੀ ਗੱਲਬਾਤ ਤਾਂ ਸਾਰੇ ਲੋਕਾਂ ਦੇ ਸਾਹਮਣੇ ਆ ਗਈ ਉਹਨਾਂ ਦੇ ਜਾਤੀ ਵੀ ਕੁਝ ਇਹੋ ਜਿਹੇ ਦੋਸ਼ ਲੱਗੇ ਆ। ਸੋ ਇਸ ਕਿਸਮ ਦਾ ਸਾਰਾ ਕੁਝ ਤੁਹਾਨੂੰ ਦੇਖਣਾ ਪਊਗਾ। ਜੇ ਸਿੱਖ ਪੰਥ ਨੂੰ ਥੋੜੀ ਘਣੀ ਹਮਦਰਦੀ ਵੀ ਰੱਖਦੇ ਹੋ ਤੇ ਥੋੜਾ ਘਣਾ ਤੁਸੀਂ ਉਹਦੇ ਪ੍ਰਤੀ ਵਚਨਬੱਧ ਵੀ ਹੋ ਵੀ ਸਿੱਖਾਂ ਦਾ ਬਚ ਕੇ ਰਹਿਣਾ ਚਾਹੀਦਾ। ਇੱਕ ਨਵਾਂ ਧਰਮ ਹੈ ਨਵੀਂ ਆਈਡੀਓਲੋਜੀ ਹੈ ਤੇ ਜਿਹਦੀ ਮੁਕਤੀ ਕਰਕੇ ਜਿਹਦੀ ਆਈਡੀਓਲੋਜੀ ਦਾ ਜਿੰਨਾ ਕਿਸੇ ਸਾਡੇ ਸਿੱਖਾਂ ਤੇ ਅਸਰ ਹੁੰਦਾ ਉਹਦੇ ਨਾਲ ਅਸੀਂ ਦੂਜੇ ਇੱਥੇ ਫਿਰਕਿਆਂ ਨਾਲੋਂ ਦੂਜੇ ਧਾਰਮਿਕ ਫਿਰਕਿਆਂ ਨਾਲੋਂ ਜ਼ਿਆਦਾ ਐਡਵਾਂਸ ਹੋ ਗਏ ਜ਼ਿਆਦਾ ਸਾਡੇ 'ਚ ਮੋਬਿਲਾਈਜੇਸ਼ਨ ਹੋ ਗਈ। ਅਸੀਂ ਜਿੱਥੇ ਵੀ ਦੁਨੀਆ 'ਚ ਜਾਂਦੇ ਹਾਂ ਅਸੀਂ ਸਾਡੀ ਕਾਮਯਾਬੀ ਦਾ ਸਾਰਾ ਇਸੇ ਗੱਲ ਤੇ ਹੈ ਉਹ ਸਾਡੀ ਸਿੱਖੀ ਹੈ ਪਿੱਛੇ ਸਿੱਖੀ ਸਪਿਰਿਟ ਖੜੀ ਹੈ। ਇਹ ਸਪਿਰਿਟ ਨੂੰ ਬਣਾ ਕੇ ਬਚਾ ਕੇ ਰੱਖਣਾ ਹੈ ਨਾ ਅਸੀਂ। ਇਸ ਕਰਕੇ ਸਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਤੇ ਕੱਲਾ ਵੱਡੇ ਨਾਅਰੇ ਲਾ ਕੇ ਨਹੀਂ ਚੱਲਣਾ ਚਾਹੀਦਾ। ਇਸ ਕਰਕੇ ਅਸੀਂ ਮੋਢਲਾ ਕੰਮ ਤਾਂ ਕਰਦੇ ਨਹੀਂ। ਅਸੀਂ ਇੱਕ ਵੱਖਰਾ ਦੇਸ਼ ਖੜਾ ਕਰ ਲਾਂਗੇ ਅਸੀਂ ਵੱਖਰੀਆਂ ਫਲਾਨਾ ਕਰ ਲਾਂਗੇ ਇਹ ਗੱਲਾਂ ਫੇਰ ਕਰ ਲਓ ਖੜਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਤੇ ਪਰ ਪਹਿਲਾਂ ਤੁਸੀਂ ਆ ਬੇਸਿਕ ਗੱਲਾਂ ਤਾਂ ਕਰੋ ਸਿੱਖੀ ਬਚਾਉਣ ਦੀਆਂ ਇਹ ਨਹੀਂ ਕਰ ਰਹੇ। ਇਸ ਕਰਕੇ ਮੇਰੇ ਜਥੇਦਾਰ ਦਾ ਬਿਆਨ ਹੈ ਜਿਹੜਾ ਬਿਲਕੁਲ ਠੀਕ ਆ ਅਸੀਂ ਸਵਾਗਤ ਕਰਦੇ ਹਾਂ ਪਰ ਅਸੀਂ ਇਹ ਵੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਉਹ ਇਹਦੇ ਤੇ ਕੁਝ ਅਮਲ ਵੀ ਕਰਨ। ਜੀ ਇੱਥੇ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜਿਹੜੇ ਦੋਸਤੋ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਭ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਧੰਨਵਾਦ ਸ਼ੁਕਰੀਆ।